ਇਹ ਜਿਹੜਾ ਸ਼ਾਂਤਮਈ ਮਾਹੌਲ ਦੇ ਵਿੱਚ ਥੋੜਾ ਜਿਹਾ ਜਿਹੜਾ ਗਰਮਾ ਗਿਆ ਮਾਹੌਲ ਤੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜਾ ਗਰਮ ਤੱਤ ਆ ਜੇ ਉਹ ਮੂਵਮੈਂਟ ਵਿੱਚੋਂ ਖਤਮ ਹੋ ਜਾਏ ਤਾਂ ਮੂਵਮੈਂਟ ਦੀ ਜਿਵੇਂ ਰੂਹ ਖਤਮ ਹੋ ਜਾਂਦੀ ਆ। ਸੋ ਇਸ ਕਰਕੇ ਜਿਹੜੀ ਉਹ ਦੋਵੇਂ ਹੀ ਜਿਹੜੀਆਂ ਧਾਰਾਵਾਂ ਨੇ, ਜਿਹੜੀ ਗਰਮ ਖਿਆਲੀ ਧਾਰਾ ਆ ਔਰ ਜਿਹੜੀ ਸ਼ਾਂਤੀ ਵਾਲੀ ਧਾਰਾ ਆ, ਉਹ ਹਰੇਕ ਮੂਵਮੈਂਟ ਦੇ ਵਿੱਚ ਨਾਲ ਚੱਲੀਆਂ ਨੇ। ਹੁਣ ਜਿੱਡਾ ਵੱਡਾ ਸੈਲਾਬ ਉੱਥੇ ਇਕੱਠਾ ਹੋਇਆ ਲੋਕਾਂ ਦਾ, ਜੇ ਉਹਦੇ ਵਿੱਚੋਂ ਕੁਝ % ਲੋਕ ਖਾਸ ਕਰਕੇ ਨੌਜਵਾਨ ਨੇ ਜਿਹੜੇ ਕਿ ਉਹ ਉੱਥੇ ਉਹ ਸੋਚਦੇ ਨੇ ਕਿ ਜਿਹੜੀ ਸ਼ਾਂਤੀ ਆ ਇਹਦੇ ਨਾਲ ਗੱਲ ਨਹੀਂ ਚੱਲਣੀ, ਸਾਨੂੰ ਜਿਹੜੇ ਮੈਟਰ ਨੇ ਆਪਣੇ ਹੱਥ 'ਚ ਲੈਣੇ ਚਾਹੀਦੇ ਨੇ, ਤੇ ਮੇਰੇ ਸਮਝਦਾ ਕਿ ਇਟਸ ਅ ਨੈਚੁਰਲ ਪ੍ਰੋਸੈਸ ਆਫ ਐਨੀ ਮੂਵਮੈਂਟ। ਇਹੋ ਜਿਹੇ ਮੌਸਮ ਦੇ ਵਿੱਚ ਆਪਣੀਆਂ ਜਾਨਾਂ ਤਲੀ ਦੇ ਰੱਖ ਕੇ ਉੱਥੇ ਬੈਠੇ ਨੇ, ਪਰ ਜਿਹੜੇ ਹਿੰਦੁਸਤਾਨ ਦਾ ਜਿਹੜਾ ਸਿਸਟਮ ਆ ਉਹ ਕਿਸਾਨਾਂ ਨੂੰ ਜਿਹੜੇ ਉਹਨਾਂ ਦੇ ਬਣਦੇ ਹੱਕ ਨੇ ਉਹ ਦੇਣ ਵਿੱਚ ਜਿਹੜਾ ਆ ਉਹ ਅਜੇ ਤੱਕ ਕਾਮਯਾਬ ਨਹੀਂ ਹੋਇਆ। ਸੋ ਇਟ ਇਜ਼ ਅ ਟਾਈਮ ਫਾਰ ਇੰਟਰਨੈਸ਼ਨਲ ਕਮਿਊਨਿਟੀ ਕਿ ਇਸ ਚੀਜ਼ ਦਾ ਨੋਟਿਸ ਲਵੇ ਔਰ ਇੰਟਰਵੀਨ ਕਰੇ। ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹਨੂੰ UN ਕਨਵੈਨਸ਼ਨਸ ਦੇ ਅੰਡਰ ਜਿਹੜੀ ਉਹਨਾਂ ਦੀ ਓਬਲੀਗੇਸ਼ਨਸ ਬਣਦੀਆਂ ਨੇ ਉਹ ਉਹਨਾਂ ਨੂੰ ਫੋਰਸ ਕਰੇ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਦਾ ਜਿਹੜਾ ਹੱਲ ਆ ਉਹਨਾਂ ਦੇ ਐਮੀਕੇਬਲੀ ਜਿਹੜਾ ਹੱਲ ਕਰੇ। ਔਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਇਕੱਲੀ ਜਿਹੜਾ ਜੋਸ਼ ਆ ਉਹਦੇ ਨਾਲ ਜਿਹੜੀ ਮੂਵਮੈਂਟਸ ਨਹੀਂ ਜਿੱਤੀਆਂ ਜਾ ਸਕਦੀਆਂ। ਮੂਵਮੈਂਟਸ ਹਮੇਸ਼ਾ ਹੋਸ਼ ਨਾਲ ਜਿੱਤੀਆਂ ਜਾਣੀਆਂ ਨੇ। ਪ੍ਰੋਗਰਾਮ ਮੇਰਾ ਅਮਰੀਕਾ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਮਨਦੀਪ ਕੌਰ ਵੱਲੋਂ ਮੈਨਹੈਟਨ ਟਾਈਮ ਸਕੁਆਇਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਇਹ ਖਾਸ ਇਸ ਕਰਕੇ ਵੀ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਮੈਨਹੈਟਨ ਟਾਈਮ ਸਕੁਆਇਰ ਦੇ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਔਰ ਉਸ ਦਾ ਖਾਸ ਵਜ੍ਹਾ ਹੈ ਉਹ ਜਾਣਾਂਗੇ। ਲੇਕਿਨ ਅਸੀਂ ਇਹ ਦੱਸ ਦਈਏ, ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ 26 ਜਨਵਰੀ ਦੀ ਪਰੇਡ ਹੈ ਔਰ ਕਿਸਾਨ ਅੰਦੋਲਨ ਜਿਹੜਾ ਮੋਰਚਾ ਹੈ, ਜਿਹੜੇ ਉੱਥੇ ਪਰੇਡ ਸੀ, ਟਰੈਕਟਰ ਮਾਰਚ ਸੀ, ਉਹ ਨਿਬੜ ਚੁੱਕੀ ਹੈ। ਕਿਸ ਤਰ੍ਹਾਂ ਦੇ ਰਹੀ ਉਹ ਜਿਹੜੀ ਮਾਰਚ ਹੈ ਇਹਦੇ ਬਾਰੇ ਜਾਣਾਂਗੇ। ਨਾਲ ਦੇ ਨਾਲ ਇਹ ਵੀ ਜਾਣਾਂਗੇ ਕਿ ਅੱਜ ਅਸੀਂ ਇਹ ਐਪੀਸੋਡ ਜਿੱਥੇ ਕਿ ਠੰਡ ਬਹੁਤ ਹੈ ਮੈਨਹੈਟਨ ਤੋਂ ਕਿਉਂ ਕਰ ਰਹੇ ਹਾਂ ਇਹ ਪ੍ਰੋਗਰਾਮ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਯਾਦਵਿੰਦਰ ਸਿੰਘ ਹੋਣੀ ਦਾ। ਸਤਿ ਸ਼੍ਰੀ ਅਕਾਲ ਯਾਦਵਿੰਦਰ ਜੀ ਤੇ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜੀ, ਧੰਨਵਾਦ ਬਹੁਤ। ਮੈਨੂੰ ਪਤਾ ਠੰਡ ਬਹੁਤ ਆ ਪਰ ਅਸੀਂ ਇਹ ਡੇਅਰ ਕਰ ਰਹੇ ਹਾਂ ਇੱਥੇ ਪ੍ਰੋਗਰਾਮ ਕਰਨ ਲਈ। ਸੋ ਜਿਹੜਾ ਇਹ ਵੈਨਿਊ ਆ ਇਹ ਇੱਕ ਬੜਾ ਇੰਪੋਰਟੈਂਟ ਵੈਨਿਊ ਆ ਐਜ਼ ਵੀ ਨੋ, ਔਰ ਇੱਥੇ ਥੋੜ੍ਹੇ ਚਿਰ ਨੂੰ ਜਿਹੜੀ ਪ੍ਰੋਟੈਸਟ ਹੋਣ ਵਾਲਾ ਆ ਉਸੇ ਦੇ ਸੰਬੰਧ ਵਿੱਚ ਜਿਹੜਾ ਕਿ 26 ਤਰੀਕ ਨੂੰ ਗਣਤੰਤਰ ਦਿਵਸ ਦੇ ਉੱਤੇ ਇੰਡੀਆ ਦੇ ਵਿੱਚ ਪ੍ਰੋਟੈਸਟ ਹੋਇਆ। ਸੋ ਲੈਟਸ ਸੀ ਕਿ ਹਾਊ ਇਟ ਵਰਕਸ। ਯਾਦਵਿੰਦਰ ਜੀ, ਇੱਕ ਟਾਈਮ ਸਕੁਆਇਰ ਇੱਕ ਜਗ੍ਹਾ ਹੈ ਰਾਈਟ ਜਿਸ ਨੂੰ ਦਿਲ ਮੰਨਿਆ ਜਾਂਦਾ ਹੈ ਮੈਨਹੈਟਨ ਦਾ, ਨਿਊਯਾਰਕ ਸਿਟੀ ਦਾ। ਅੱਜ ਅਸੀਂ ਉੱਥੋਂ ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ ਔਰ ਜਿਹੜੀਆਂ ਪ੍ਰੋਟੈਸਟ ਤੁਸੀਂ ਮੈਂਸ਼ਨ ਕੀਤੀਆਂ ਉਹ ਇੱਥੋਂ ਹੋ ਰਹੀਆਂ ਨੇ। 34 ਡਿਗਰੀ ਫੈਰਨਹਾਈਟ ਦਾ ਜਿਹੜਾ ਟੈਂਪਰੇਚਰ ਹੈ, ਸਨੋ ਹੋਣ ਵਾਲੀ ਹੈ। ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਥਾਂ ਕਿਉਂ ਇੰਪੋਰਟੈਂਟ ਹੈ ਔਰ ਇੱਥੇ ਕਿਉਂ ਪ੍ਰੋਟੈਸਟ ਹੋ ਰਹੇ ਨੇ ਔਰ ਕੀ ਦੇਖਣ ਨੂੰ ਮਿਲੇਗਾ? ਹਾਂਜੀ ਦੇਖੋ ਜੀ, ਓਵਰਆਲ ਜਿਹੜੀ ਨਿਊਯਾਰਕ ਸਿਟੀ ਆ ਉਹਦਾ ਇਹ ਮੈਨਹੈਟਨ ਆ ਜਿਹੜਾ ਉਹਨੂੰ ਦਿਲ ਕਿਹਾ ਜਾਂਦਾ ਆ, ਔਰ ਉਹ ਦਿਲ ਦਾ ਵੀ ਜਿਹੜਾ ਸੈਂਟਰ ਆ ਉਹ ਟਾਈਮ ਸਕੁਆਇਰ ਆ। ਸੋ ਇਹ ਜਿਹੜਾ ਟਾਈਮ ਸਕੁਆਇਰ ਆ ਇਹ ਬਹੁਤ ਇੰਪੋਰਟੈਂਟ ਜਗ੍ਹਾ ਆ। ਜਿਹੜੀ ਮੈਨਹੈਟਨ ਆ ਨਿਊਯਾਰਕ ਸਿਟੀ ਆ ਇਹ US ਦੀ ਫਾਈਨੈਂਸ਼ੀਅਲ ਕੈਪੀਟਲ ਆ। ਜਿਸ ਤਰੀਕੇ ਨਾਲ ਵਾਸ਼ਿੰਗਟਨ DC ਆ ਜਿਹੜੀ ਉਹ ਪੋਲੀਟੀਕਲ ਕੈਪੀਟਲ ਆ ਯੂਨਾਈਟਿਡ ਸਟੇਟਸ ਦੀ, ਇਸੇ ਤਰੀਕੇ ਨਾਲ ਜਿਹੜਾ ਮੈਨਹੈਟਨ ਆ ਇੱਥੇ ਜਿੰਨਾ ਫਾਈਨੈਂਸ ਆ ਕਿਉਂਕਿ ਵਾਲ ਸਟਰੀਟ ਇੱਥੇ ਆ, ਔਰ ਜਿੰਨਾ ਵੱਡਾ ਜਿਹੜਾ ਇੰਟਰਨੈਸ਼ਨਲ ਟ੍ਰੇਡ ਆ ਯੂਨਾਈਟਿਡ ਨੇਸ਼ਨਸ ਇੱਥੇ ਆ। ਸੋ ਇਹ ਇੱਕ ਕਿਸਮ ਦੀ ਜਿਹੜੀ ਦੁਨੀਆ ਦੀ ਕੈਪੀਟਲ ਕਹਿ ਸਕਦੇ ਆ ਇਹਨੂੰ, ਕਿਉਂਕਿ ਇੱਥੇ ਹਰ ਕਿਸਮ ਦਾ ਜਿਹੜਾ ਲੋਕ ਨੇ ਉਹ ਇੱਥੇ ਰਹਿੰਦੇ ਨੇ, ਵੱਖ ਦੁਨੀਆ ਤੋਂ ਆਏ ਹੋਏ। ਔਰ ਮੈਂ ਸਮਝਦਾ ਹਾਂ ਕਿ ਜਿਹੜੇ ਟਾਈਮ ਸਕੁਆਇਰ ਦੀ ਸਿਗਨੀਫਿਕੈਂਸ ਇਸ ਕਰਕੇ ਵੀ ਆ ਕਿ ਇਟਸ ਲਾਈਕ ਕਲਚਰਲ ਸੋਸ਼ਲ ਹੱਬ ਆਫ ਨਿਊਯਾਰਕ ਸਿਟੀ। ਸੋ ਮੇਰੇ ਖਿਆਲ ਇੱਕ ਐਪਰੋਪਰੀਏਟ ਜਗ੍ਹਾ ਆ ਲੋਕਾਂ ਨੂੰ ਆਪਣੇ ਬਾਰੇ ਦੱਸਣ ਲਈ, ਜਿਹੜਾ ਕਿ ਅੱਜ ਪ੍ਰੋਟੈਸਟ ਕਰ ਰਹੇ ਆ ਸਾਡੀ ਕਮਿਊਨਿਟੀ ਕਿਸਾਨਾਂ ਦੀ ਸਪੋਰਟ ਦੇ ਵਿੱਚ। ਸੋ ਦਿਸ ਇਜ਼ ਅ ਵੈਰੀ ਗੁੱਡ ਸਪੌਟ ਫॉर them।
ਅੱਜ ਜਿੱਥੇ ਟਾਈਮ ਸਕੁਅਰ ਦੇ ਵਿੱਚ ਮੁਜ਼ਾਹਰਾ ਜਿਹੜਾ ਹੈ ਉਹ ਕੱਢਿਆ ਜਾਏਗਾ, ਪ੍ਰੋਟੈਸਟ ਕੀਤੇ ਜਾਣਗੇ, ਇਹਦੇ ਬਾਰੇ ਅਸੀਂ ਚਰਚਾ ਜ਼ਰੂਰ ਕਰਾਂਗੇ ਕਿਉਂਕਿ UN ਦੇ ਸਾਹਮਣੇ ਵੀ ਜਿਹੜੇ ਡੈਮੋਨਸਟ੍ਰੇਸ਼ਨਸ ਹੈ ਉਹ ਹੋਣੀਆਂ, ਜਿਹੜੀਆਂ ਪ੍ਰੋਟੈਸਟਸ ਹੈ ਉਹ ਹੋਣੀਆਂ ਨੇ ਔਰ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਇਹਦੇ ਬਾਰੇ ਚਰਚਾ ਹੋ ਰਹੀ ਹੈ, ਚਾਹੇ ਉਹ ਸਾਡੀ ਕੌਮ ਦੇ ਨਾਲ ਜੁੜੇ ਹੋਏ ਨੇ, ਚਾਹੇ ਉਹ ਸਾਡੀ ਕੌਮ ਦੇ ਨਾਲ ਨਹੀਂ ਜੁੜੇ ਹੋਏ। ਇੰਟਰਨੈਸ਼ਨਲ ਮੀਡੀਆ ਵੀ ਇਸ ਨੂੰ ਕਵਰ ਕਰ ਰਹੀ ਹੈ। ਲੇਕਿਨ ਅੱਜ ਸਭ ਤੋਂ ਪਹਿਲਾਂ ਚਰਚਾ ਕਰਦੇ ਹਾਂ ਜਿਹੜੀ ਮਾਹੌਲ ਜਿਹੜਾ ਸਰਗਰਮ ਹੋਇਆ 26 ਜਨਵਰੀ ਦੇ ਵਿੱਚ, ਇਸ ਨੂੰ ਇੱਕ ਸ਼ਾਂਤੀਪੂਰਵਕ ਇੱਕ ਪਰੇਡ ਮੰਨੀ ਜਾ ਰਹੀ ਸੀ, ਮਾਰਚ ਮੰਨੀ ਜਾ ਰਹੀ ਸੀ ਔਰ ਅੰਦੋਲਨ ਵੀ ਸ਼ਾਂਤੀਪੂਰਵਕ ਕਿਹਾ ਸੀ ਕਿ ਇਟਸ ਵਨ ਆਫ ਦ ਵਰਲਡਸ ਪੀਸਫੁਲ ਮੋਸਟ ਬਿਗੇਸਟ ਪੀਸਫੁਲ ਪ੍ਰੋਟੈਸਟ। ਬਟ ਇਹ ਜਿਹੜਾ ਸ਼ਾਂਤਮਈ ਮਾਹੌਲ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਗਰਮਾ ਗਿਆ ਮਾਹੌਲ, ਤੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਜਿੰਨੀਆਂ ਵੀ ਤੁਸੀਂ ਜਿਹੜੇ ਮੂਵਮੈਂਟਸ ਪੜ੍ਹਦੇ ਹੋ ਨਾ ਹਿਸਟਰੀ ਦੇ ਵਿੱਚ, ਭਾਵੇਂ ਉਹ ਇੰਡੀਆ ਦੀ ਇੰਡੀਪੈਂਡੈਂਸ ਮੂਵਮੈਂਟ ਆ ਜਾਂ ਜਿਹੜੀਆਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮੂਵਮੈਂਟਸ ਲੜੀਆਂ ਗਈਆਂ ਨੇ, ਉਹਦੀਆਂ ਹਮੇਸ਼ਾ ਦੋ ਧਾਰਾਵਾਂ ਰਹੀਆਂ ਨੇ। ਇੱਕ ਧਾਰਾ ਰਹੀ ਆ ਜਿਹੜੀ ਕਿ ਉਹ ਕਹਿੰਦੇ ਕਿ ਅਸੀਂ ਸ਼ਾਂਤੀਪੂਰਵਕ ਅਸੀਂ ਜਿਹੜੀ ਹੈਗੀ ਆ ਸਾਡੀ ਸਟਰਗਲ ਆ, ਔਰ ਅਲਟੀਮੇਟਲੀ ਤੁਸੀਂ ਸਰਕਾਰ ਨਾਲ ਫਿਜ਼ੀਕਲੀ ਲੜ ਨਹੀਂ ਸਕਦੇ, ਇਹ ਇੱਕ ਗਿਵਨ ਫੈਕਟ ਆ ਕਿਉਂਕਿ ਸਰਕਾਰ ਕੋਲ ਬਹੁਤ ਜ਼ਿਆਦਾ ਆਪਰੇਟਸ ਆ, ਸਿਕਿਉਰਿਟੀ ਆਪਰੇਟਸ ਆ। ਉਹ ਇਹ ਆ ਕਿ ਉਹਦੇ ਨਾਲ ਜਿਹੜਾ ਜਾਨੀ ਨੁਕਸਾਨ ਹੋਣ ਦਾ ਜਾਂ ਜਿਹੜੀ ਮੂਵਮੈਂਟ ਆ ਉਹ ਗਲਤ ਪਾਸੇ ਨੂੰ ਤੁਰਨ ਦੇ ਬਹੁਤ ਜ਼ਿਆਦਾ ਚਾਂਸ ਰਹਿੰਦੇ ਆ। ਪਰ ਜਿਹੜਾ ਉਹਦਾ ਜਿਹੜਾ ਗਰਮ ਤੱਤ ਆ, ਜੇ ਉਹ ਮੂਵਮੈਂਟ ਵਿੱਚੋਂ ਖਤਮ ਹੋ ਜਾਏ ਤਾਂ ਮੂਵਮੈਂਟ ਦੀ ਜਿਵੇਂ ਰੂਹ ਖਤਮ ਹੋ ਜਾਂਦੀ ਹੈ। ਸੋ ਇਸ ਕਰਕੇ ਜਿਹੜੀ ਉਹ ਦੋਵੇਂ ਜਿਹੜੀਆਂ ਧਾਰਾਵਾਂ ਨੇ, ਜਿਹੜੀ ਗਰਮ ਖਿਆਲੀ ਧਾਰਾ ਆ ਔਰ ਜਿਹੜੀ ਸ਼ਾਂਤੀ ਵਾਲੀ ਧਾਰਾ ਆ, ਉਹ ਹਰੇਕ ਮੂਵਮੈਂਟ ਦੇ ਵਿੱਚ ਨਾਲ ਚੱਲੀਆਂ ਨੇ ਔਰ ਉਹ ਇੱਕ ਦੂਜੇ ਨੂੰ ਅੰਡਰਲਾਈਨ ਨਹੀਂ ਕਰਦੀਆਂ, ਉਹ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਨੇ। ਸੋ ਇਹ ਜਿਹੜੇ ਦੋਵੇਂ ਧਾਰਾਂ ਨੂੰ ਚਲਾਉਣ ਵਾਲੇ ਲੋਕ ਨੇ ਜਾਂ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ, ਜਿਵੇਂ ਹੁਣ ਇਸ ਧਾਰਾ ਦੇ ਵਿੱਚ ਵੀ ਆਲਮੋਸਟ ਸਾਹਮਣੇ ਆ ਚੁੱਕੇ ਨੇ, ਉਹਨਾਂ ਨੂੰ ਇੱਕ ਦੂਜੇ ਦੇ ਪੂਰਕ ਬਣ ਕੇ ਚੱਲਣਾ ਪੈਣਾ। ਔਰ ਮੇਰੇ ਖਿਆਲ ਮੁਤਾਬਕ ਇਹ ਇੱਕ ਜਿਹੜਾ ਸਿਸਟਮ ਆ, ਇਹ ਕੋਈ ਕਿਸੇ ਦਾ ਬਣਾਇਆ ਹੋਇਆ ਨਹੀਂ, ਇਹ ਕੁਦਰਤੀ ਆ ਕਿਉਂਕਿ ਜਿਹੜੀ ਨੌਜਵਾਨ ਤਬਕਾ ਆ ਜਿਨ੍ਹਾਂ ਵਾਸਤੇ ਇੰਨੀ ਜ਼ਿਆਦਾ ਪੇਸ਼ੈਂਸ ਰੱਖਣੀ ਔਖੀ ਆ। ਦੇਖੋ ਹੁਣ ਇਹ ਜਿਹੜੀ ਮੂਵਮੈਂਟ ਆ ਇਹਨੂੰ ਚੱਲਦੀ ਨੂੰ 5 ਮਹੀਨੇ ਹੋ ਗਏ, ਪਹਿਲਾਂ ਪੰਜਾਬ 'ਚ 3 ਮਹੀਨੇ ਮੂਵਮੈਂਟ ਚੱਲੀ ਆ, ਹੁਣ 2 ਮਹੀਨੇ ਦਿੱਲੀ ਹੋ ਗਏ। ਸੋ ਇਸ ਗੱਲ ਹੁਣ 2 ਮਹੀਨੇ ਉਹ ਹਰ ਰੋਜ਼ ਬਾਰਡਰ ਦੇ ਉੱਤੇ ਬੈਠੇ ਸਪੀਚਾਂ ਸੁਣ ਰਹੇ ਨੇ, ਉਹਨਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਆ ਵੀ ਤੁਸੀਂ ਲਾਲ ਕਿਲ੍ਹੇ ਦੇ ਉੱਤੇ ਝੰਡਾ ਚਲਾਉਣਾ ਆ, ਰਾਈਟ। ਸੋ ਉੱਦਾਂ ਦੀਆਂ ਹੋਰ ਗੱਲਾਂ ਜਿਹੜੀਆਂ ਹਿਸਟਰੀ ਨੂੰ ਰਿਪੀਟ ਕੀਤਾ ਜਾ ਰਿਹਾ ਆ। ਬਾਬੇ ਬਘੇਲ ਸਿੰਘ ਨੇ 17 ਵਾਰੀ ਝੰਡਾ ਚੜਾਇਆ, ਰਾਈਟ। ਹੋਰ ਜਿਹੜੇ ਸਿੱਖ ਜਰਨੈਲ ਨੇ, ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕੀਤੀ ਜਾ ਰਹੀ ਆ, ਜਿਹੜੇ ਰਾਈਟ ਟੂ ਕਲਟੀਵੇਸ਼ਨ ਜਿਹੜਾ ਹੈਗਾ ਆ, ਤੁਹਾਡੀ ਜ਼ਮੀਨ ਦੀ ਜਿਹੜਾ ਅਧਿਕਾਰ ਆ, ਉਹਦੀ ਗੱਲ ਕੀਤੀ ਜਾ ਰਹੀ ਆ। ਸੋ ਜਿਹੜਾ ਗਰਮਾਈ ਆਉਣੀ ਇਟਸ ਨੈਚੁਰਲ, ਇਹਨੂੰ ਨੈਗੇਟਿਵ ਨਹੀਂ ਦੇਖਣਾ ਚਾਹੀਦਾ। ਔਰ ਇਹਦੇ ਨਾਲ ਜਿੰਨੀਆਂ ਵੀ ਤੁਸੀਂ ਮੂਵਮੈਂਟ ਸਟੱਡੀ ਕਰਦੇ ਹੋ, ਮੂਵਮੈਂਟਸ ਦੇ ਉੱਤੇ ਇਹਦਾ ਪ੍ਰਭਾਵ ਜਿਹੜਾ ਆ ਇਹ ਪੋਜ਼ੀਟਿਵ ਵੀ ਪੈਂਦਾ ਆ, ਇਹ ਇਕੱਲਾ ਨੈਗੇਟਿਵ ਨਹੀਂ। ਓਬਵੀਅਸਲੀ ਜਿਹੜੀਆਂ ਗੌਰਮੈਂਟਸ ਨੇ, ਹੁਣ ਜਿੱਡਾ ਵੱਡਾ ਸੈਲਾਬ ਉੱਥੇ ਇਕੱਠਾ ਹੋਇਆ ਲੋਕਾਂ ਦਾ, ਜੇ ਉਹਦੇ ਵਿੱਚੋਂ ਕੁਝ % ਲੋਕ ਖਾਸ ਕਰਕੇ ਨੌਜਵਾਨ ਨੇ ਜਿਹੜੇ ਕਿ ਉਹ ਉੱਥੇ ਉਹ ਸੋਚਦੇ ਨੇ ਕਿ ਜਿਹੜੀ ਸ਼ਾਂਤੀ ਆ ਇਹਦੇ ਨਾਲ ਗੱਲ ਨਹੀਂ ਚੱਲਣੀ, ਸਾਨੂੰ ਜਿਹੜੇ ਮੈਟਰ ਨੇ ਆਪਣੇ ਹੱਥ 'ਚ ਲੈਣੇ ਚਾਹੀਦੇ ਨੇ। ਤੇ ਮੇਰੇ ਸਮਝਦਾ ਕਿ ਇਟਸ ਅ ਨੈਚੁਰਲ ਪ੍ਰੋਸੈਸ ਆਫ ਐਨੀ ਮੂਵਮੈਂਟ। ਹਾਂਜੀ। ਸੋ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਨੇ, ਹੁਣ ਤਾਂ ਜਿਹੜਾ ਸੋਸ਼ਲ ਮੀਡੀਆ ਜਿਹੜਾ ਹੈ ਉਹ ਇੰਨਾ ਕੁ ਫਾਸਟ ਹੋ ਗਿਆ ਹੈ ਔਰ YouTube ਦੇ ਉੱਤੇ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ 26 ਜਨਵਰੀ ਦੀ ਜਿਹੜੀ ਪਰੇਡ ਹੈ, ਜਿਹੜੀ ਇਹ ਮਾਰਚ ਹੈ, ਉਹ ਕੀਤੀ ਗਈ। ਇਸ ਦਾ ਇੰਪੈਕਟ ਜਿਹੜਾ ਹੈ, ਭਾਵੇਂ ਉਹ ਮਾਰਚ ਦਾ ਹੋਵੇ ਜਿਹੜਾ ਕਿ ਸ਼ਾਂਤੀਪੂਰਵਕ ਜਿਹੜਾ ਧਿਰ ਸ਼ਾਂਤੀਪੂਰਵਕ ਕੱਢ ਕੇ ਗਿਆ, ਤੇ ਜੇ ਭਾਵੇਂ ਲਾਲ ਕਿਲ੍ਹੇ ਦੇ ਉੱਤੇ ਝੰਡਾ ਫਹਿਰਾਉਣ ਦੀ ਗੱਲ ਹੋਵੇ ਜਾਂ ਕਿਹਾ ਜਾਵੇ ਵੀ ਦਿੱਲੀ ਫਤਿਹ ਕਰਨ ਦੀ ਗੱਲ ਹੋਵੇ, ਸਰਕਾਰਾਂ ਦੇ ਉੱਤੇ ਇਸ ਵੇਲੇ ਕੇਂਦਰ ਸਰਕਾਰ ਦੇ ਉੱਤੇ ਕੀ ਇੰਪੈਕਟ ਪੈ ਸਕਦਾ ਹੈ? ਕਿਸ ਤਰ੍ਹਾਂ ਦਾ ਅਸਰ ਜਿਹੜਾ ਹੈ ਉਹ ਸਾਨੂੰ ਦੇਖਣ ਨੂੰ ਮਿਲ ਸਕਦਾ? ਦੇਖੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਾ ਉਹ ਸਿੰਬੋਲਿਕ ਹੁੰਦੀਆਂ ਨੇ। ਜਿਹੜਾ ਝੰਡਾ ਚੜਾਉਣਾ ਆ ਉਹ ਕੋਈ ਇਹ ਨਹੀਂ ਕਿ ਕਿਸੇ ਗੱਲ ਥਾਂ ਦੇ ਉੱਤੇ ਕੋਈ ਕਬਜ਼ਾ ਹੋ ਗਿਆ ਆ। ਇਟਸ ਸਿੰਬੋਲਿਕ ਕਿ ਜਿਹੜੇ ਕਿਸਾਨ ਨੇ ਉਹਨਾਂ ਦੀ ਜਿਹੜੀ ਪਾਵਰ ਆ, ਜਿਹੜੀ ਉਹਨਾਂ ਦੀ ਰੀਚ ਆ, ਉਹਨੂੰ ਗੌਰਮੈਂਟ ਲਿਮਿਟ ਨਹੀਂ ਕਰ ਸਕਦੀ, ਰਾਈਟ। ਖਾਸ ਕਰਕੇ ਜਿਹੜੀ ਜਨ ਸੰਖਿਆ ਆ, ਜਿਹੜੇ ਆਮ ਲੋਕ ਨੇ, ਜਿੱਡੀ ਵੱਡੀ ਗਿਣਤੀ ਵਿੱਚ ਉਹ ਇਮੋਸ਼ਨਲੀ ਇਨਵੋਲਵ ਹੋਏ ਨੇ ਸਾਰੀ ਮੂਵਮੈਂਟ ਦੇ ਵਿੱਚ, ਉਹ ਇੱਕ ਕਰਾਂਗੇ ਸਿੰਬਲਿਜ਼ਮ। ਹੁਣ ਉਹਨਾਂ ਦੇ ਜਿਹੜੇ ਵੱਖ-ਵੱਖ ਖੇਤਰੀ ਰੰਗ ਨੇ, ਮਤਲਬ ਉਹ ਦੇਖੋ ਪੰਜਾਬ ਦਾ ਖੇਤਰੀ ਰੰਗ ਤਾਂ ਇਹ ਹੈ ਨਾ ਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਸਿੱਖ ਪਾਪੂਲੇਸ਼ਨ ਆ, ਉਹਨਾਂ ਦਾ ਝੰਡਾ ਨਿਸ਼ਾਨ ਸਾਹਿਬ ਆ। ਉਹ ਜੇ ਉਹਨਾਂ ਨੇ ਆਪਦੀ ਕਿਤੇ ਪ੍ਰੈਜੈਂਟੇਸ਼ਨ ਕਰਨੀ ਆ ਤਾਂ ਉਹ ਨਿਸ਼ਾਨ ਸਾਹਿਬ ਨਾਲ ਹੀ ਹੋਣੀ ਆ, ਠੀਕ ਹੈ ਨਾ। ਇਸੇ ਤਰੀਕੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣੀ ਰਿਪਰੈਜ਼ੈਂਟੇਸ਼ਨ ਕਰਨੀ ਆ, ਉਹਨਾਂ ਨੇ ਕਿਸਾਨੀ ਝੰਡੇ ਨਾਲ ਕਰਨੀ ਆ। ਇਸੇ ਤਰੀਕੇ ਨਾਲ ਜਿਵੇਂ ਇੰਡੀਆ ਦੀ ਜਿਹੜੀ ਨੈਸ਼ਨਲ ਝੰਡਾ ਆ, ਉਹਨੇ ਆਪਦੀ ਰਿਪਰੈਜ਼ੈਂਟੇਸ਼ਨ ਕਰਨੀ ਆ। ਸੋ ਮੇਰਾ ਖਿਆਲ ਇਹਨੂੰ ਦੇਖੋ, ਇਸ ਗੱਲ ਦੇ ਗੁੱਡ ਚਾਂਸ ਆ ਕਿ ਇਹਨੂੰ ਨੈਗੇਟਿਵ ਪਾਸੇ ਵੱਲ ਨੂੰ ਜਾਂ ਹੋਰ ਪਾਸੇ ਲੋਕ ਲੈ ਕੇ ਜਾਣਗੇ। ਪਰ ਮੈਂ ਇੱਕ ਗੱਲ ਜ਼ਰੂਰ ਕਹਾਂ ਕਿ ਜਿਹੜੇ ਸਾਡੇ ਕਿਸਾਨ ਆਗੂ ਨੇ, ਖਾਸ ਕਰਕੇ ਜਿਹੜੇ ਬਜ਼ੁਰਗ ਆਗੂ ਨੇ, ਉਹਨਾਂ ਨੂੰ ਇਹਨੂੰ ਨੈਗੇਟਿਵ ਨਹੀਂ ਲੈਣਾ ਚਾਹੀਦਾ।
ਔਰ ਨਾ ਹੀ ਅਪੋਲੋਜੈਟਿਕ ਹੋਣਾ ਚਾਹੀਦਾ। ਅਸੀਂ ਜੇ ਸਿੱਖ ਹੈਗੇ ਆ, ਜੇ ਸਾਡਾ ਨਿਸ਼ਾਨ ਸਾਹਿਬ ਹੈਗਾ ਆ, ਤੇ ਇਹਦੇ ਪਿੱਛੇ ਸਾਡਾ ਵਿਰਸਾ ਖੜਾ ਆ, ਹੈ ਨਾ। ਇਹਦੇ ਪਿੱਛੇ ਇਹਦੇ ਨਾਲ ਸਾਡੀ ਹੋਂਦ ਜੁੜੀ ਹੋਈ ਆ। ਵੀ ਡੋਂਟ ਨੀਡ ਟੂ ਬੀ ਅਪੋਲੋਜੈਟਿਕ ਕਿ ਅਸੀਂ ਆਹ ਨਹੀਂ ਹੈਗੇ, ਕਿ ਆਹ ਨਹੀਂ ਹੈਗੇ। ਵੀ ਆਰ ਹੂ ਵੀ ਆਰ, ਠੀਕ ਹੈ ਨਾ। ਅਸੀਂ ਸਿੱਖ ਆ, ਨਿਸ਼ਾਨ ਸਾਹਿਬ ਸਾਡਾ ਝੰਡਾ ਆ, ਉਹ ਸਾਡਾ ਵਿਰਸਾ ਆ, ਉਹਦੇ ਨਾਲ ਸਾਡੀ ਹਿਸਟਰੀ ਜੁੜੀ ਹੋਈ ਆ, ਸਾਡੇ ਗੁਰੂ ਸਾਹਿਬ ਦੇ ਜਿਹੜੇ ਫਰਮਾਨ ਜੁੜੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਜੁੜਿਆ ਹੋਇਆ। ਸੋ ਮੇਰੇ ਖਿਆਲ ਮੁਤਾਬਕ ਜਿਹੜਾ ਇਹ ਮੂਵਮੈਂਟ ਦੇ ਵਿੱਚ ਜਿਹੜੀਆਂ ਧਾਰਾਵਾਂ ਨੇ, ਇਹ ਸਾਰੀਆਂ ਨੈਚੁਰਲ ਨੇ। ਇਹਨਾਂ ਨੂੰ ਇੱਦਾਂ ਆਈਸੋਲੇਸ਼ਨ 'ਚ ਨਹੀਂ ਦੇਖਣਾ ਚਾਹੀਦਾ ਕਿ ਭਾਈ ਇਹ ਕੋਈ ਕਿਸੇ ਦੀ ਇਸ ਤਰ੍ਹਾਂ। ਦੇਖੋ ਜਿਹੜੀ ਕੋਈ ਵੀ ਜਿਹੜੀ ਮੂਵਮੈਂਟ ਆ, ਉਹਦੇ ਵਿੱਚ ਵੱਖ-ਵੱਖ ਪਰਸਪੈਕਟਿਵ ਆਉਣੇ, ਵੱਖ-ਵੱਖ ਸਾਈਡਾਂ ਤੋਂ ਲੋਕਾਂ ਨੇ ਆਉਣਾ। ਇਟਸ ਨੈਚੁਰਲ। ਉਹਨੂੰ ਤੁਸੀਂ ਇੱਕ ਵਿਚਾਰਧਾਰਾ 'ਚ ਕੰਟਰੋਲ ਨਹੀਂ ਕਰ ਕੀਤਾ ਜਾ ਸਕਦਾ। ਸੋ ਮੇਰਾ ਖਿਆਲ 'ਚ ਜਿਹੜਾ ਕੁਝ ਹੋ ਰਿਹਾ ਆ, ਮੈਨੂੰ ਇਹਦੇ ਵਿੱਚੋਂ ਕੁਝ ਨੈਗੇਟਿਵ ਨਹੀਂ ਲੱਗਦਾ। ਮੈਨੂੰ ਲੱਗਦਾ ਕਿ ਇਹਨੂੰ ਇਸ ਚੀਜ਼ ਨੂੰ ਅਸਰਟ ਕਰਨ ਦੀ ਲੋੜ ਆ, ਕਿਸਾਨ ਆਗੂਆਂ ਨੂੰ ਵੀ, ਜਿਹੜੇ ਸਾਡੇ ਨੌਜਵਾਨ ਨੇ, ਜਿਹੜੇ ਸਾਡੇ ਉੱਥੇ ਆਗੂ ਨੇ, ਉਹਨਾਂ ਨੂੰ ਵੀ, ਕਿ ਉਹ ਆਪਸ ਦੇ ਵਿੱਚ ਜਿਹੜਾ ਕੋਲੈਬੋਰੇਸ਼ਨ ਵੀ ਬਣਾ ਕੇ ਰੱਖਣ, ਉਹ ਇੱਕ ਦੂਜੇ ਦੇ ਅਗੇਂਸਟ ਨਾ ਹੋਣ। ਇਹ ਜ਼ਿਆਦਾ ਵੱਡਾ ਖਤਰਾ ਆ। ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਇੱਕ ਦੂਜੇ ਦਾ ਜਿਹੜਾ ਪਰਸਪੈਕਟਿਵ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨ, ਔਰ ਜਿਹੜਾ ਮੂਵਮੈਂਟ ਲਈ ਚੰਗੀ ਆਉਣ ਵਾਲੇ ਸਮੇਂ ਦੇ ਵਿੱਚ ਬੈਟਰ ਪਲੈਨਿੰਗ ਤਾਂ ਹੋ ਸਕਦੀ ਹੈ ਜੀ। ਸੋ ਉਮੀਦ ਇਹ ਕੀਤੀ ਜਾ ਸਕਦੀ ਹੈ ਕਿ ਜਿਹੜੀਆਂ ਦੋ ਧਿਰਾਂ ਬਣੀਆਂ ਨੇ ਜਾਂ ਨਜ਼ਰ ਆਉਂਦੀਆਂ ਨੇ, ਉਹ ਆਪਣੇ ਆਪ ਨੂੰ ਇੱਕ ਤਰੀਕੇ ਦੇ ਨਾਲ ਜਿਹੜਾ ਯੂਨਿਟੀ ਹੈ ਉਹ ਮੇਨਟੇਨ ਕਰਕੇ ਰੱਖਣ, ਔਰ ਇਸ ਅੰਦੋਲਨ ਨੂੰ ਇਸੇ ਤਰੀਕੇ ਦੇ ਨਾਲ ਅੱਗੇ ਤੋੜਦੇ ਰਹਿਣ ਜਦ ਤੱਕ ਜਿਹੜਾ ਰਿਜ਼ਲਟ ਹੈ ਉਹ ਨਾ ਨਿਕਲੇ। ਅਗਲਾ ਸਵਾਲ ਮੇਰਾ ਇਹ ਕਿ ਹੁਣ ਜਿਹੜਾ ਇੱਥੇ ਮੁਜ਼ਾਹਰਾ ਹੋਣ ਵਾਲਾ ਹੈ, ਹੁਣ ਉਹ ਚਰਚਾ ਦਾ ਵਿਸ਼ਾ ਹੈ। ਮੈਨੂੰ ਪਤਾ ਹੈ ਨਾ ਤੁਸੀਂ ਗਲਵਜ਼ ਪਾਏ ਨੇ, ਤੇ ਨਾ ਤੁਸੀਂ ਜੈਕਟ ਪਾਈ ਹੈ, ਤੇ ਨਾ ਤੁਸੀਂ ਸਕਾਰਫ ਲੈ ਕੇ ਆਏ ਹੋ। ਕਿਉਂਕਿ ਤੁਹਾਨੂੰ ਲੱਗਦਾ ਸੀ ਵੀ ਮਾਹੌਲ ਇੱਥੇ ਗਰਮ ਹੋ ਜਾਣਾ, ਰਾਈਟ ਹੈ ਨਾ। ਸੋ ਮੈਨੂੰ ਇਹ ਦੱਸੋ ਕਿ ਜਿਹੜਾ ਇੱਥੇ ਟਾਈਮ ਸਕੁਏਅਰ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਣਗੇ, ਜਿਹੜੇ UNO ਦੇ ਵਿੱਚ ਜਾ ਕੇ ਨਿਬੜਨਗੇ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਮੈਂ ਸਮਝਦਾ ਕਿ ਦੇਖੋ ਜਿਹੜਾ ਇੱਥੇ ਪ੍ਰੋਟੈਸਟ ਅੱਜ ਆਰਗੇਨਾਈਜ਼ ਕੀਤਾ ਆ, ਉਹ ਜਿਹੜਾ ਸਿੱਖ ਯੂਥ ਗਰੁੱਪ ਆ ਨਿਊਯਾਰਕ ਨਿਊ ਜਰਸੀ ਦਾ, ਜਿਨ੍ਹਾਂ ਨੇ ਕੀਤਾ ਆ, ਉਹਦੇ ਵਿੱਚ ਬਹੁਤ ਸਾਰੇ ਯੰਗ ਬੱਚੇ ਨੇ ਜਿਹੜੇ ਕਿ ਮਤਲਬ ਇੱਥੋਂ ਦੇ ਜੰਮਪਲ ਨੇ, ਜਿਨ੍ਹਾਂ ਨੇ ਹੋ ਸਕਦਾ ਉਹਨਾਂ ਨੇ ਪੰਜਾਬ ਕਈ ਬਹੁਤ ਸਾਰੇ ਗਾਇਬ ਨਾ ਹੋਣ, ਪਰ ਜਿੰਨਾ ਉਹਨਾਂ ਨੇ ਆਪਣੇ ਆਪ ਨੂੰ ਇਸ ਮੂਵਮੈਂਟ ਦੇ ਨਾਲ ਜੋੜਿਆ ਆ ਔਰ ਫੀਲ ਕੀਤਾ ਆ। ਦੇਖੋ, ਜਿਹੜੀ ਗੱਲ ਸੁਣਨੀ ਆ, ਉਹ ਹਿਸਟਰੀ ਵੀ ਸੁਣਦੇ ਆ, ਬਾਕੀ ਵੀ ਗੱਲਾਂ ਚਾਰ ਚਫੇਰੇ ਨੂੰ ਤੁਹਾਨੂੰ ਨਿਊਜ਼ ਸੁਣਦੀਆਂ ਰਹਿੰਦੀਆਂ ਨੇ, ਪਰ ਕਿਸੇ ਗੱਲ ਨੂੰ ਜਿਹੜਾ ਫੀਲ ਕਰਨਾ ਹੈ ਨਾ, ਜਦੋਂ ਜਿਹੜਾ ਫੀਲ ਨਹੀਂ ਕਰਦਾ, ਉਹਨਾਂ ਚਿਰ ਬੰਦਾ ਤੁਰਦਾ ਨਹੀਂ ਕਿਸੇ ਕੰਮ ਪਿੱਛੇ। ਸੋ ਆਈ ਫੀਲ ਕਿ ਜਿਹੜੇ ਸਾਡੇ ਨੈਕਸਟ ਜਨਰੇਸ਼ਨ ਆ ਬਾਹਰ, ਜਿਹੜੇ ਕਿ ਇੱਥੋਂ ਦੇ ਜੰਮਪਲ ਬੱਚੇ ਨੇ, ਉਹਨਾਂ ਨੇ ਜਿਹੜੀ ਉਹਨਾਂ ਦੇ ਜਿਹੜੇ ਪਿੱਛੇ ਵਿਰਸਾ ਆ, ਜਿਹੜੇ ਕਿ ਸਾਡੇ ਕਿਸਾਨ ਉੱਥੇ ਸੰਘਰਸ਼ ਕਰ ਰਹੇ ਨੇ, ਜਾਂ ਸਾਡੇ ਪੰਜਾਬ ਦੇ ਨਾਲ ਰਿਲੇਟਡ ਜਿਹੜਾ ਸਾਡਾ ਸਿੱਖ ਵਿਰਸਾ ਆ, ਉਹਦੇ ਨਾਲ ਜੁੜ ਕੇ ਇਹ ਸਾਰੀ ਮੂਵਮੈਂਟ ਨੂੰ ਫੀਲ ਕਰ ਰਹੇ ਨੇ। ਔਰ ਇਹ ਉਸ ਫੀਲਿੰਗ ਦਾ ਹੀ ਰਿਜ਼ਲਟ ਆ ਕਿ ਤੁਸੀਂ ਹੁਣ ਜਿਹੜੇ ਇੱਥੋਂ ਦੀ ਜਿਹੜੀ ਨੌਜਵਾਨੀ ਆ, ਜਿਹੜੇ ਇੱਥੋਂ ਦੇ ਬੱਚੇ ਨੇ, ਉਹ ਇਸ ਕਿਸਮ ਦੀ ਜਿਹੜੀ ਮੂਵਮੈਂਟਸ ਨੇ ਉਹਦੇ ਵਿੱਚ ਉਹ ਪਾਰਟਿਸਿਪੇਟ ਕਰ ਰਹੇ ਨੇ। ਔਰ ਮੇਰਾ ਖਿਆਲ 'ਚ ਇਹ ਸਾਡੇ ਕਮਿਊਨਿਟੀ ਵਾਸਤੇ, ਖਾਸ ਕਰਕੇ ਪੰਜਾਬੀਆਂ ਵਾਸਤੇ ਔਰ ਸਿੱਖਾਂ ਵਾਸਤੇ, ਇਹ ਇੱਕ ਬਹੁਤ ਮੇਰੇ ਖਿਆਲ 'ਚ ਪੋਜ਼ੀਟਿਵ ਡਿਵੈਲਪਮੈਂਟ ਆ ਕਿ ਅਸੀਂ ਜਿਹੜੀਆਂ ਗੱਲਾਂ ਅਸੀਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਲਾਸਾਂ ਲਾ ਕੇ ਪੜ੍ਹਾ ਰਹੇ ਸੀਗੇ, ਉਹਨਾਂ ਨੂੰ ਲੈਕਚਰ ਕਰਕੇ ਦੱਸ ਰਹੇ ਸੀਗੇ, ਉਹ ਹੁਣ ਉਹ ਇੰਸਟੈਂਟਲੀ ਉਹਨਾਂ ਦੇ ਦਿਮਾਗ ਦੇ ਵਿੱਚ ਆਟੋਮੈਟਿਕ ਜਿਹੜੀ ਹੈਗੀ ਆ ਉਹ ਗੱਲ ਜਾ ਰਹੀ ਆ। ਇਹ ਇੱਕ ਮੂਵਮੈਂਟ ਦਾ ਜਿਹੜਾ ਪਾਵਰ ਹੈ, ਪਾਵਰ ਆਫ ਮੂਵਮੈਂਟ ਨੂੰ ਕਹਿੰਦੇ ਆ, ਕਿ ਉਹ ਮੂਵਮੈਂਟ ਦੀ ਪਾਵਰ ਇੰਨੀ ਹੁੰਦੀ ਆ ਕਿ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਲੋਕਾਂ ਦੇ ਅੰਦਰ ਘਰ ਕਰ ਜਾਂਦੀ ਆ। ਸੋ ਮੇਰੇ ਸਮਝ ਦੇ ਵਿੱਚ ਇਹ ਜਿਹੜੇ ਹੁਣ ਤੁਸੀਂ ਦੇਖੋਗੇ ਕਿ ਪਿੱਛੇ ਜਿਹੜੇ ਕੁਝ ਸਾਡੇ ਜਿਹੜੇ ਹੋਰ ਵੀ ਜਿਹੜੇ ਕਮਿਊਨਿਟੀਜ਼ ਦੇ ਲੋਕ ਨੇ, ਜਿਹੜੇ ਕਿ ਇਸ ਮੂਵਮੈਂਟ ਨਾਲ ਉਹਨਾਂ ਦਾ ਮੈਨੂੰ ਇੱਕ ਅਖਬਾਰ ਵੀ ਦਿੱਤਾ ਉਹਨਾਂ ਨੇ, ਉਹ ਇਸ ਮੂਵਮੈਂਟ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਨੇ, ਉਹ ਆਲਰੇਡੀ ਪਹੁੰਚ ਗਏ ਨੇ, ਸਾਡੇ ਜਿਹੜੇ ਬੱਚੇ ਨੇ ਉਹ ਵੀ ਪਹੁੰਚ ਰਹੇ ਨੇ। ਸੋ ਇਟਸ ਅ ਨਿਊ ਵੇਕਨਿੰਗ ਫਾਰ ਆਵਰ ਕਮਿਊਨਿਟੀ, ਕਿਉਂਕਿ ਜਿਹੜੀ ਪਿਛਲੀ ਮੂਵਮੈਂਟ ਦੇ ਵਿੱਚ ਬਹੁਤ ਕੁਝ ਹੋਇਆ, ਪਰ ਮੈਂ ਸਮਝਦਾ ਕਿ ਇੱਕ ਨਵੀਂ ਕਿਸਮ ਦੀ ਮੂਵਮੈਂਟ ਆ, ਜਿਹਦਾ ਸੰਬੰਧ ਸਰਬੱਤ ਦੇ ਭਲੇ ਨਾਲ ਆ। ਜਿਹੜੀ ਇਹ ਮੂਵਮੈਂਟ ਆ, ਜਿਹੜੇ ਪੰਜਾਬ ਦੇ ਕਿਸਾਨ ਜਿਹਨੂੰ ਲੀਡ ਕਰ ਰਹੇ ਨੇ ਜਾਂ ਜਿਹਨੂੰ ਸਿੱਖ ਲੀਡ ਕਰ ਰਹੇ ਨੇ, ਇਹ ਇਕੱਲੀ ਉਹਨਾਂ ਦੇ ਆਪ ਦੇ ਵਾਸਤੇ ਨਹੀਂ ਹੈਗੀ, ਇਹ ਉਹਨਾਂ ਦੇ ਜਿਹੜੇ ਹਿੰਦੁਸਤਾਨ 'ਚ ਬਾਕੀ ਕਿਸਾਨ ਤੇ ਮਜ਼ਦੂਰ ਨੇ, ਜਿਹੜੇ ਉਹਨਾਂ ਨੂੰ ਦਬਾ ਕੇ ਰੱਖਿਆ ਗਿਆ ਆ, ਜਿਹੜੇ ਉਹਨਾਂ ਦੇ ਬੇਸਿਕ ਰਾਈਟਸ ਨੇ ਉਹਨਾਂ ਨੂੰ ਵਿਰਵੇ ਕੀਤਾ ਗਿਆ ਆ, ਇਹ ਉਹਨਾਂ ਵਾਸਤੇ ਵੀ ਮੂਵਮੈਂਟ ਆ। ਔਰ ਮੈਂ ਸਮਝਦਾ ਕਿ ਜਿਹੜਾ ਗੁਰੂ ਸਾਹਿਬ ਦਾ ਸਿਧਾਂਤ ਆ ਸਰਬੱਤ ਦੇ ਭਲੇ ਦਾ, ਉਹ ਸੈਲਫ ਸੈਂਟਰਡ ਨਹੀਂ ਹੈਗਾ, ਉਹ ਦੁਨੀਆ ਵਾਸਤੇ ਆ ਕਿ ਤੁਸੀਂ ਸਿਰਫ ਭਲਾ ਆਪਦਾ ਨਹੀਂ ਕਰਨਾ, ਤੁਸੀਂ ਬਾਕੀ ਦੁਨੀਆ ਦਾ ਵੀ ਨਾਲ ਭਲਾ ਕਰਨਾ ਹੈ। ਔਰ ਉਸ ਮੂਵਮੈਂਟ ਦਾ ਜਿਹੜਾ ਉਹ ਇੱਕ ਕਰਸਟ ਆ, ਇਹ ਜਿਹੜੀ ਉਹਦੀ ਭਾਵਨਾ ਆ, ਜਿਹੜੀ ਉਹਦੀ ਮੋਟੀਵੇਸ਼ਨ ਆ, ਮੇਰਾ ਖਿਆਲ ਉਹ ਜਿਹੜੀ ਚੀਜ਼ ਆ, ਉਹ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਬਹੁਤ ਅਟਰੈਕਟ ਕਰਦੀ ਆ।
ਹੁਣ ਤੁਸੀਂ ਇਸ ਤੋਂ ਬਾਅਦ ਦੇਖੋਗੇ ਕਿ ਕਿਸ ਤਰ੍ਹਾਂ, ਜਿਸ ਤਰ੍ਹਾਂ ਯਾਦਵਿੰਦਰ ਸਿੰਘ ਹੋਣੀ ਨੇ ਦੱਸਿਆ ਕਿ ਜਿਹੜੀ ਨੌਜਵਾਨੀ ਹੈ, ਤੁਸੀਂ ਇੱਥੇ ਦੇਖੋਗੇ ਟਾਈਮ ਸਕੁਆਇਰ ਦੇ ਵਿੱਚ ਜਿਹੜੇ ਕਿ ਬੱਚੇ ਗਏ ਵੀ ਨਹੀਂ ਕਦੀ ਪੰਜਾਬ ਦੇ ਵਿੱਚ, ਜਾਂ ਉਹਨਾਂ ਦਾ ਉਸ ਤਰ੍ਹਾਂ ਦੀ ਤਰੀਕੇ ਦੇ ਨਾਲ ਡਾਇਰੈਕਟ ਕਨੈਕਸ਼ਨ ਵੀ ਨਹੀਂ ਹੈ, ਉਹ ਵੀ ਇਸ ਪ੍ਰੋਟੈਸਟ ਦਾ ਹਿੱਸਾ ਬਣ ਰਹੇ ਨੇ। ਇਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ, ਪਰ ਫਿਲਹਾਲ ਸਮਾਂ ਹੋ ਚਲੇ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਤੇ ਆਪਣੀ ਚਰਚਾ ਜਿਹੜੀ ਹੈ ਉਹ ਅੱਗੇ ਵਧਾਵਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਗਲੋਬਲ ਪੰਜਾਬ ਤੇ ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਵੈਂਟ ਕਵਰੇਜ ਜਾਂ ਐਡਵਰਟਾਈਜ਼ਮੈਂਟ ਲਈ ਸੰਪਰਕ ਕਰੋ ਗਿੱਲ ਪ੍ਰਦੀਪ 6465206706। ईमेल gilpardeep11@yahoo.in। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰੀ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਗੱਲ ਕਰ ਰਹੇ ਸੀ 26 ਜਨਵਰੀ ਜਿਹੜੀ ਕਿਸਾਨੀ ਮਾਰਚ ਬਾਰੇ, ਕਿਸਾਨੀ ਅੰਦੋਲਨ ਬਾਰੇ, ਤੇ ਕਿਸ ਤਰ੍ਹਾਂ ਉਹ ਪਰੇਡ ਤੇ ਜਿਹੜੀ ਮਾਰਚ ਹੈ ਉਹ ਨਿਬੜੀ। ਇਸ ਦੇ ਨਾਲ ਅਸੀਂ ਗੱਲ ਕੀਤੀ ਕਿ ਅਮਰੀਕਾ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਟਾਈਮ ਸਕੁਆਇਰ ਤੋਂ ਸ਼ੁਰੂ ਹੋ ਕੇ UNO ਦੇ ਸਾਹਮਣੇ ਜਿਹੜੇ ਨੇ ਉਹ ਪ੍ਰੋਟੈਸਟ ਜਿਹੜੇ ਹੋਣੇ ਆ। ਇਸੇ ਕਰਕੇ ਹੁਣ ਅਸੀਂ UNO ਦੀ ਬਿਲਡਿੰਗ ਦੇ ਸਾਹਮਣੇ, ਜਿਹੜੀ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ, ਉਸ ਬਿਲਡਿੰਗ ਦੇ ਸਾਹਮਣੇ ਅਸੀਂ ਖੜੇ ਹਾਂ, ਜਿੱਥੇ ਕਿ ਜਿਹੜੇ ਪ੍ਰੋਟੈਸਟਰਸ ਨੇ ਅਮਰੀਕਾ ਦੇ ਵਿੱਚ ਆ ਕੇ ਇੱਥੇ ਕਿਸਾਨਾਂ ਦੀ ਸਪੋਰਟ ਦੇ ਵਿੱਚ ਖੜੇ ਨੇ, ਤੇ ਅਸੀਂ ਵੀ ਇਸੇ ਸਪੋਰਟ ਦੇ ਵਿੱਚ ਖੜੇ ਹਾਂ। ਔਰ ਇਸੇ ਕਰਕੇ ਅਸੀਂ ਚੁਣਿਆ ਕਿ ਅੱਜ ਅਸੀਂ ਇਸ ਪ੍ਰੋਗਰਾਮ ਨੂੰ UNO ਦੀ ਬਿਲਡਿੰਗ ਟਾਈਮ ਸਕੁਆਇਰ ਮਨਹੈਟਨ ਦੇ ਵਿੱਚ ਆ ਕੇ ਕਰਾਂਗੇ। ਭਾਵੇਂ ਇੱਥੇ ਜਿਹੜਾ ਟੈਂਪਰੇਚਰ ਹੈ 35 ਡਿਗਰੀ ਫੈਰਨਹਾਈਟ ਦੇ ਤਕਰੀਬਨ ਚੱਲ ਰਿਹਾ ਹੈ, ਔਰ ਸਨੋ ਵੀ ਹੁਣ ਜਿਹੜੀ ਹੈ ਉਹ ਪੈ ਰਹੀ ਹੈ, ਤੁਸੀਂ ਸਾਰੇ ਦੇਖ ਸਕਦੇ ਹੋ। ਪਰ ਅਸੀਂ ਸੋਚਿਆ ਜੇ ਕਿਸਾਨ 62 ਦਿਨ ਤੋਂ ਠੰਡ ਦਾ ਕਹਿਰ ਸਹਿ ਰਹੇ ਨੇ, ਕਿ ਅਸੀਂ ਅੱਧੇ ਘੰਟੇ ਦਾ ਜਿਹੜਾ ਐਪੀਸੋਡ ਹੈ ਉਹ ਇੱਥੇ ਠੰਡ ਵਿੱਚ ਨਹੀਂ ਕਰ ਸਕਦੇ। ਯਾਦਵਿੰਦਰ ਜੀ, ਅਸੀਂ ਗੱਲ ਕਰਦੇ ਸੀਗੇ ਕਿ ਇਹ ਜਿਹੜਾ ਇੱਥੇ ਪ੍ਰੋਟੈਸਟ ਹੋ ਰਹੇ ਨੇ, ਨਾਰੇ ਲੱਗਣਗੇ ਕਿਸਾਨ ਮੋਰਚਾ ਏਕਤਾ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਉਸ ਦਾ ਜਿਹੜਾ ਇੰਪੈਕਟ ਹੈ ਕਿ ਬੋਲੇ ਕੰਨਾਂ ਦੇ ਵਿੱਚ ਕੋਈ ਆਵਾਜ਼ ਜਿਹੜੀ ਹੈ ਸਰਕਾਰਾਂ ਤੱਕ ਜਾਏਗੀ? ਦੇਖੋ ਜੀ, ਜਿਹੜਾ ਇਸ ਮੂਵਮੈਂਟ ਨੇ ਜਿਹੜਾ ਹਿੰਦੁਸਤਾਨ ਦੇ ਵਿੱਚ ਐਨਫ ਟਰੈਕਸ਼ਨ ਬਣਾ ਲਈ ਆਪਦੀ। ਜੇ ਅਸੀਂ ਦੇਖੀਏ ਕਿ ਜਿਸ ਹਿਸਾਬ ਨਾਲ ਪੰਜਾਬ ਤੋਂ ਜਾਂ ਬਾਕੀ ਸੂਬਿਆਂ ਤੋਂ ਲੋਕ ਉੱਥੇ ਪਹੁੰਚੇ ਨੇ ਦਿੱਲੀ, ਕਰੋੜ ਦੀ ਤੱਕ ਮਤਲਬ ਗਿਣਤੀ ਦੱਸੀ ਜਾਂਦੀ ਆ, ਉਹ ਇਸ ਮੂਵਮੈਂਟ ਨੇ ਜਿਹੜਾ ਦੁਨੀਆ ਪੱਧਰ ਦੇ ਉੱਤੇ ਆਪਦੀ ਹੁਣ ਪਛਾਣ ਬਣਾਉਣੀ ਹੈ ਜਿਹੜੀ, ਇਹ ਮੇਰਾ ਖਿਆਲ ਨੈਕਸਟ ਸਟੈਪ ਆ। ਔਰ ਆ ਜਿਹੜੀ ਅਸੀਂ ਬਿਲਡਿੰਗ ਵੱਲ ਦੇਖ ਰਹੇ ਹਾਂ, ਜਿੱਥੇ ਇੱਥੇ ਸਾਰੀ ਦੁਨੀਆ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹ ਇੱਥੇ ਆ ਕੇ ਬਹਿੰਦੇ ਨੇ। ਜੇ ਪੰਜਾਬੀ 'ਚ ਕਹਿ ਲਈਏ ਤਾਂ ਇਹ ਦੁਨੀਆ ਦੀ ਪੰਚਾਇਤ ਹੈ। ਸੋ ਇਸ ਪੰਚਾਇਤ ਸਾਹਮਣੇ ਜਿਹੜੀ ਉਸ ਗੱਲ ਨੂੰ ਲੈ ਕੇ ਆਉਣਾ, ਨਿਊਯਾਰਕ ਦੇ ਜਿਹੜੇ ਕਮਿਊਨਿਟੀ ਆ, ਪੰਜਾਬੀ ਕਮਿਊਨਿਟੀ, ਸਿੱਖ ਕਮਿਊਨਿਟੀ ਆ, ਉਹਦੇ ਵੱਲੋਂ ਮੇਰਾ ਖਿਆਲ 'ਚ ਇਹ ਬਹੁਤ ਜ਼ਰੂਰੀ ਆ। ਇਹਨਾਂ ਜਿਹੜੀਆਂ ਗੱਲਾਂ ਦਾ ਇੰਪੈਕਟ ਆ ਜਿਹੜਾ ਉਹ ਹਿੰਦੁਸਤਾਨ ਦੀ ਸਰਕਾਰ 'ਤੇ ਹੋਣਾ ਸੁਭਾਵਿਕ ਆ, ਕਿਉਂਕਿ ਹੁਣ ਤੱਕ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹਨੇ ਇਹ ਕਿਹਾ ਕਿ ਸਾਡਾ ਇੰਟਰਨਲ ਮਸਲਾ ਆ, ਔਰ ਕਿਸੇ ਹੱਦ ਤੱਕ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਇਹ ਮਸਲਾ ਵੀ ਇੰਟਰਨਲ ਆ, ਅੰਦਰੂਨੀ ਮਸਲਾ ਆ। ਕਿਸਾਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੇ ਫਾਰਮ ਲਾਅ ਬਣਾਏ ਨੇ, ਪਰ ਇਹਦੇ ਜਿਹੜਾ ਯੂਨਾਈਟਿਡ ਨੇਸ਼ਨ ਦਾ ਈਵਨ ਚਾਰਟਰ ਆ, ਉਹਦੇ ਵਿੱਚ ਜਿਹੜੀਆਂ ਕਮਿਊਨਿਟੀਜ਼ ਨੇ ਜਾਂ ਜਿਹੜੇ ਇੰਡੀਵਿਜੂਅਲ ਰਾਈਟਸ ਨੇ ਜਿਹੜੇ ਕਿ ਡਾਇਰੈਕਟ ਇੰਪੈਕਟ ਕਰਦੇ ਨੇ ਉੱਥੋਂ ਦੇ ਲੋਕਾਂ ਨੂੰ, ਜਿਹੜੀ ਉੱਥੋਂ ਦੀ ਗੌਰਮੈਂਟ ਆ ਉਹਨਾਂ ਦੀ ਗੱਲ ਨਹੀਂ ਮੰਨ ਰਹੀ, ਤਾਂ ਉਹ ਮਸਲੇ ਨੇ ਜਿਹੜੇ UN ਦੇ ਵਿੱਚ ਵਿਚਾਰੇ ਜਾਂਦੇ ਨੇ, ਔਰ UN ਦੇ ਵਿੱਚ ਉਹ ਮਸਲੇ ਆ ਸਕਦੇ ਨੇ। ਸੋ ਮੇਰਾ ਖਿਆਲ 'ਚ ਇਸ ਮਸਲੇ ਦੇ ਵਿੱਚ ਜਿਹੜੀ ਯੂਨਾਈਟਿਡ ਨੇਸ਼ਨ ਆ ਉਹ ਇਸ ਗੱਲ ਦਾ ਨੋਟਿਸ ਲਵੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜਾ ਇਹ ਮਸਲਾ ਆ ਕਿਸਾਨਾਂ ਦਾ ਮਸਲਾ, ਇਹ ਇਕੱਲਾ ਡੋਮੈਸਟਿਕ ਮਸਲਾ ਨਹੀਂਗਾ, ਅੰਦਰੂਨੀ ਮਸਲਾ ਨਹੀਂ ਹਿੰਦੁਸਤਾਨ ਦੀ ਸਰਕਾਰ ਦਾ, ਇਹ ਇੱਕ ਇੰਟਰਨੈਸ਼ਨਲ ਮਸਲਾ ਆ। ਇਹਦੇ ਨਾਲ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਦਾ ਜਿਹੜਾ ਸੱਭਿਆਚਾਰ ਆ, ਜਿਹੜੀ ਉਹਨਾਂ ਦੀ ਅਰਥ ਵਿਵਸਥਾ ਆ, ਜਿਹੜੀ ਉਹਨਾਂ ਦੀ ਹੋਂਦ ਆ, ਉਹਦੇ ਉੱਤੇ ਕੁਐਸਚਨ ਮਾਰਕ ਲੱਗਣ ਦੇ ਆਉਣ ਵਾਲੇ ਸਮੇਂ ਦੇ ਵਿੱਚ ਚਾਂਸ ਨੇ। ਸੋ ਮੇਰਾ ਖਿਆਲ 'ਚ ਜਿਹੜਾ ਇਹ ਉਸ ਸੰਬੰਧ ਦੇ ਵਿੱਚ ਉਹ ਰੈਲੇਵੈਂਸ ਬਣਾਉਂਦਾ ਆ ਇਹ ਮਾਰਚ ਜਿਹੜਾ ਜਿੱਥੇ ਹੋ ਰਿਹਾ ਆ, ਕਿ ਜਿਹੜੇ ਇਹ ਇਸ਼ੂ ਆ ਇਹਨੂੰ ਹੁਣ ਇੰਟਰਨੈਸ਼ਨਲ ਪੱਧਰ ਉੱਤੇ ਉਠਾਉਣ ਦੀ ਲੋੜ ਆ। ਕਿਉਂਕਿ ਹਿੰਦੁਸਤਾਨ ਦੀ ਸਰਕਾਰ ਦੇਖੋ 5 ਮਹੀਨੇ ਹੋ ਗਏ ਨੇ, ਦਿੱਲੀ ਘੇਰੀ ਨੂੰ 62 ਦਿਨ ਹੋ ਗਏ ਨੇ, ਔਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਠੰਡ ਵਿੱਚ ਇਹੋ ਜਿਹੇ ਮੌਸਮ ਦੇ ਵਿੱਚ ਆਪਣੀਆਂ ਜਾਨਾਂ ਤਲੀ 'ਤੇ ਰੱਖ ਕੇ ਉੱਥੇ ਬੈਠੇ ਨੇ। ਪਰ ਜਿਹੜੇ ਹਿੰਦੁਸਤਾਨ ਦਾ ਜਿਹੜਾ ਸਿਸਟਮ ਆ, ਇੰਟਰਨਲ ਸਿਸਟਮ ਆ ਡੈਮੋਕ੍ਰੇਸੀ ਦਾ,
ਉਹ ਇਸ ਗੱਲ ਨੂੰ ਰਿਜ਼ੋਲਵ ਕਰਨ ਵਿੱਚ ਜਾਂ ਕਿਸਾਨਾਂ ਨੂੰ ਜਿਹੜੇ ਉਹਨਾਂ ਦੇ ਬਣਦੇ ਹੱਕ ਨੇ ਉਹ ਦੇਣ ਵਿੱਚ ਜਿਹੜਾ ਆ ਉਹ ਅਜੇ ਤੱਕ ਕਾਮਯਾਬ ਨਹੀਂ ਹੋਇਆ। ਸੋ ਇਟ ਇਜ਼ ਅ ਟਾਈਮ ਫਾਰ ਇੰਟਰਨੈਸ਼ਨਲ ਕਮਿਊਨਿਟੀ ਕਿ ਇਸ ਚੀਜ਼ ਦਾ ਨੋਟਿਸ ਲਵੇ ਔਰ ਇੰਟਰਵੀਨ ਕਰੇ। ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਉਹਨੂੰ UN ਕਨਵੈਨਸ਼ਨਸ ਦੇ ਅੰਡਰ ਜਿਹੜੇ ਉਹਨਾਂ ਦੇ ਰਾਈਟਸ, ਜਿਹੜੀ ਉਹਨਾਂ ਦੀ ਓਬਲੀਗੇਸ਼ਨਸ ਬਣਦੀਆਂ ਨੇ, ਉਹ ਉਹਨਾਂ ਨੂੰ ਫੋਰਸ ਕਰੇ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਦਾ ਜਿਹੜਾ ਹੱਲ ਆ ਉਹਨਾਂ ਦੇ ਐਮੀਕੇਬਲੀ ਜਿਹੜਾ ਹੱਲ ਕਰੇ। ਯਾਦਵਿੰਦਰ ਜੀ, ਤੁਸੀਂ ਇੱਕ ਗਿਆ ਕਿ ਵੀ UN ਜਿਹੜੀ ਹੈ ਇੱਥੋਂ ਦੀ ਪੰਚਾਇਤ ਮੰਨੀ ਜਾਂਦੀ ਹੈ, ਪੂਰੇ ਮਤਲਬ ਵਰਲਡ ਦੀ ਪੰਚਾਇਤ ਮੰਨੀ ਜਾਂਦੀ ਹੈ, ਪਰ ਜਿਹੜੇ ਭਾਰਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਨਫਲੂਐਂਸ ਕੀਤਾ ਜਾ ਰਿਹਾ, ਜਿਸ ਤਰ੍ਹਾਂ ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ ਕਿ ਜਿਹੜਾ ਬਲੈਕ ਲਾਈਵਜ਼ ਮੈਟਰ ਜਿਹੜਾ ਮੂਵਮੈਂਟ ਹੋਇਆ ਹੈ ਨਾ ਅਮਰੀਕਾ ਦੇ ਵਿੱਚ ਹੋਇਆ, ਅਮਰੀਕਾ ਦੀ ਇਸ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਉਹਨੂੰ ਹੈਂਡਲ ਕੀਤਾ, ਇੱਥੇ ਵੀ ਐਜੀਟੇਸ਼ਨ ਹੋਈ ਸੀ, ਪਰ ਫਿਰ ਵੀ ਸਰਕਾਰ ਨੇ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਇੱਕ ਡੈਮੋਕ੍ਰੇਸਿਕ ਤਰੀਕੇ ਦੇ ਨਾਲ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਉਸ ਨੂੰ ਸੰਭਾਲਿਆ। ਕਿ ਅੱਜ ਇਹ ਐਗਜ਼ਾਮਪਲ ਅਸੀਂ ਬਿਲਕੁਲ ਉਹਦੇ ਨਾਲ ਜਿਹੜਾ ਅੱਜ ਕਿਸਾਨੀ ਅੰਦੋਲਨ ਦੇ ਨਾਲ ਅਸੀਂ ਜੋੜ ਸਕਦੇ ਹਾਂ ਔਰ ਉਸੇ ਤਰੀਕੇ ਦਾ ਰੈਵੋਲਿਊਸ਼ਨ ਔਰ ਮੂਵਮੈਂਟ ਦੇਖ ਰਹੇ ਹਾਂ, ਪਰ ਜਿਹੜੀ ਭਾਰਤੀ ਸਰਕਾਰ ਹੈ ਉਹ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਨਹੀਂ ਇਸ ਐਜੀਟੇਸ਼ਨ ਨੂੰ ਹੈਂਡਲ ਕਰ ਰਹੀ। ਰਾਈਟ, ਦੇਖੋ ਜਿਹੜਾ ਇਹਦੇ ਵਿੱਚ ਨਾ ਜਿਹੜੇ ਇੱਥੋਂ ਦੇ ਜਿਹੜੇ ਸਿਸਟਮ ਨੇ, ਜਿਹੜੀਆਂ ਮੈਂ ਸਮਝਦਾ ਆ ਕਿ ਜਿਹੜੇ ਇੰਸਟੀਟਿਊਸ਼ਨ ਨੇ ਗਵਰਨੈਂਸ ਦੇ, ਭਾਵੇਂ ਉਹ ਜੁਡੀਸ਼ਰੀ ਆ, ਭਾਵੇਂ ਉਹ ਪ੍ਰੈਸ ਆ, ਚਾਹੇ ਉਹ ਈਵਨ ਲੈਜਿਸਲੇਸ਼ਨ ਵੀ ਆ, ਉਹਨਾਂ ਦਾ ਬੜਾ ਸਕਾਰਾਤਮਕ ਰੋਲ ਰਿਹਾ ਆ ਕਿ ਉਹਨਾਂ ਨੇ ਜਿਹੜੀ ਸਹੀ ਗੱਲ ਆ ਉਹਨੂੰ ਸਹੀ ਕਿਹਾ, ਜਿਹੜੀ ਗਲਤ ਆ ਉਹਨੂੰ ਗਲਤ ਕਿਹਾ। ਸੋ ਜੇ ਉਹ ਜਿਹੜੀ ਬਲੈਕ ਲਾਈਫ ਮੂਵਮੈਂਟ ਸੀਗੀ, ਜੇ ਉਹਦੇ ਸਕਸੈਸ ਆ ਤੇ ਜਿਹੜਾ ਇੱਕ ਕਾਮਨ ਸਿਟੀਜ਼ਨ ਆ ਉਹਨੇ ਆਪਣੀ ਜਿਹੜੀ ਆਪਣੇ ਆਪ ਤੋਂ ਉੱਪਰ ਉੱਠ ਕੇ ਕਿ ਕੀ ਸਹੀ ਆ ਕੀ ਗਲਤ ਆ, ਉਹ ਉਸ ਲੈਵਲ ਤੇ ਜਾ ਕੇ ਉਸ ਮੂਵਮੈਂਟ ਨੂੰ ਲਿਆ ਔਰ ਉਹਦੀ ਸਪੋਰਟ ਕੀਤੀ। ਹੁਣ ਮਸਲਾ ਇਹ ਆ ਕਿ ਜਿਹੜਾ ਹੁਣ ਇੱਥੇ ਜਿਹੜਾ ਹਿੰਦੁਸਤਾਨ ਦਾ ਮਸਲਾ ਵਾ, ਉੱਥੇ ਆ ਕਿ ਜਿਹੜੇ ਇੱਕ ਤਾਂ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਇੰਡੀਪੈਂਡੈਂਟ ਨਹੀਂ ਹੈਗੇ, ਈਵਨ ਜਿਹੜੀ ਪ੍ਰੈਸ ਵੀ ਇੰਡੀਪੈਂਡੈਂਟ ਨਹੀਂ। ਉਹ ਜਿਹੜਾ ਸਰਕਾਰ ਦਾ ਵਰਜਨ ਆ ਉਹੀ ਜਿਹੜਾ ਆ ਉਹ ਪ੍ਰੈਜ਼ੈਂਟ ਕਰ ਰਹੀ ਆ ਵਾਰ-ਵਾਰ। ਜਿਹੜਾ ਕਿਸਾਨਾਂ ਦਾ ਆ ਉਹ ਦੇਖੋ ਐਡੀ ਵੱਡੀ ਮੂਵਮੈਂਟ ਚੱਲ ਰਹੀ ਆ, ਇੰਨੇ ਲੋਕ ਨੇ ਉੱਥੇ ਬੈਠੇ ਬਾਰਡਰਸ ਦੇ ਉੱਤੇ, ਉਹਨਾਂ ਦਾ ਜਿਹੜਾ ਮੇਨ ਸਟ੍ਰੀਮ ਪ੍ਰੈਸ ਆ ਉਹਨੂੰ ਹਮੇਸ਼ਾ ਨੈਗੇਟਿਵ ਹੀ ਪੇਸ਼ ਕਰ ਰਹੀ ਆ। ਉਹਨਾਂ ਨੂੰ ਕਹਿ ਰਹੀ ਆ ਕਦੇ ਖਾਲਿਸਤਾਨੀ ਨੇ, ਕਦੇ ਕਹਿੰਦੇ ਨੇ ਨੈਕਸਲਾਈਟ ਨੇ, ਕਦੇ ਕਹਿੰਦੇ ਨੇ ਫਾਰਮਰ ਹੀ ਨਹੀਂ ਹੋ ਸਕਦੇ, ਠੀਕ ਹੈ ਨਾ। ਸੋ ਮੇਰਾ ਖਿਆਲ 'ਚ ਇਹ ਜਿਹੜੀ ਸਾਰੀ ਜਿਹੜੀ ਉੱਥੋਂ ਦੀ ਫੇਲੂਅਰ ਆ, ਇੰਸਟੀਟਿਊਸ਼ਨਲ ਫੇਲੂਅਰ ਆ, ਉਹਦੇ ਵਿੱਚੋਂ ਜਿਹੜੀਆਂ ਫਿਰ ਇਹੋ ਜਿਹੀਆਂ ਮੂਵਮੈਂਟਾਂ ਨੇ ਉਹ ਕਈ ਵਾਰੀ ਜਿਹੜੇ ਲੋਕ ਨੇ ਉਹ ਅੱਕ ਕੇ ਕਹਿੰਦੇ ਨੇ ਅੱਕ ਚੱਪਣ ਵਾਲੀ ਗੱਲ ਆ ਜਿਹੜੀ, ਉਸ ਪਾਸੇ ਨੂੰ ਵੀ ਤੁਰ ਪੈਂਦੇ ਨੇ। ਜਿਹੜੇ ਕਿ ਅਸੀਂ ਇਸ ਮੂਵਮੈਂਟ ਦੇ ਵਿੱਚ ਹੁਣ ਕੱਲ੍ਹ ਦੇਖੀ ਆ, ਕੁਛ ਲੋਕ ਨੇ ਜਿਹੜੇ ਕਿ ਆਪਣੀ ਪੇਸ਼ੈਂਸ ਲੂਜ਼ ਕਰ ਚੁੱਕੇ ਨੇ ਔਰ ਉਹਨਾਂ ਨੇ ਜਾ ਕੇ ਲਾਲ ਕਿਲ੍ਹੇ ਵੱਲ ਨੂੰ ਕੂਚ ਕੀਤਾ ਆ ਔਰ ਉੱਥੇ ਝੰਡਾ ਵੀ ਚਲਾਇਆ ਆ, ਜੋ ਵੀ ਕੀਤਾ ਆ। ਮੇਰਾ ਖਿਆਲ ਇਜ਼ ਆਈਸੋਲੇਟਡ ਫਰਸਟ੍ਰੇਟਡ ਜਿਹੜੀ ਹੈਗੀ ਆ ਇਨਸੀਡੈਂਟਸ, ਪਰ ਓਵਰਆਲ ਜਿਹੜੀ ਮੂਵਮੈਂਟ ਆ, ਜਿਹੜਾ ਉਹਦਾ ਕਰਸਟ ਆ ਉਹ ਆ ਕਿ ਜਿਹੜੇ ਉੱਥੇ ਕਿਸਾਨ ਰਾਈਟਸ ਲਈ, ਜਿਹੜੇ ਕਿਸਾਨ ਦੇ ਜਿਹੜੇ ਲਾਜ਼ ਨੇ, ਜਿਨ੍ਹਾਂ ਨੇ ਕਿ ਜਿਹੜੀ ਕਿਸਾਨੀ ਦਾ ਬੇਸ ਆ ਜਿਹੜਾ ਉਹਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਆ, ਜਿਹੜੀ ਉਹਦੇ ਖਿਲਾਫ ਜਿਹੜਾ ਰੋਹ ਪੈਦਾ ਹੋਇਆ ਆ, ਉਹਦੇ ਵਿੱਚੋਂ ਜਿਹੜੇ ਲੋਕ ਨੇ ਉਹ ਉੱਠ ਰਹੇ ਨੇ ਔਰ ਉਸ ਕਰਕੇ ਉਹਨੂੰ ਸਪੋਰਟ ਮਿਲ ਰਹੀ ਆ। ਔਰ ਮੇਰੇ ਖਿਆਲ 'ਚ ਇਟਸ ਅ ਟਾਈਮ ਫਾਰ ਇੰਡੀਅਨ ਗਵਰਨਮੈਂਟ ਜਿਹੜੀ ਆ ਕਿ ਉਹ ਇਸ ਗੱਲ ਨੂੰ ਵੱਖਰੇ ਪਰਸਪੈਕਟਿਵ ਤੋਂ, ਵੱਖਰੇ ਨਜ਼ਰੀਏ ਤੋਂ ਲਵੇ। ਜਿਹੜਾ ਉਹਨਾਂ ਨੂੰ ਇਹ ਲੱਗਦਾ ਆ ਕਿ ਇਹਦੇ ਨਾਲ ਸਾਡੀ ਜਿਹੜੀ ਆਪਦੀ ਪੋਲੀਟੀਕਲ ਜ਼ਮੀਨ ਆ ਉਹ ਖਿਸਕੇਗੀ, ਜੇ ਉਹ ਇਹ ਗੱਲ ਮੰਨ ਲੈਂਦੇ ਨੇ ਤਾਂ ਮੈਨੂੰ ਲੱਗਦਾ ਆ ਕਿ ਇਹ ਉਹਨਾਂ ਦੀ ਸ਼ਾਰਟ ਸਾਈਟਡਨੈਸ ਆ, ਛੋਟਾ ਸੋਚਦੇ ਨੇ। ਪਰ ਲੌਂਗ ਟਰਮ ਜਿਹੜਾ ਕਿਸਾਨ ਆ ਉਹ ਉਸ ਦੇਸ਼ ਦਾ ਅੰਨਦਾਤਾ ਆ, ਉਹ ਉੱਥੋਂ ਦਾ ਜਿਹੜਾ ਬੇਸਿਸ ਆ ਉਹਦਾ, ਉੱਥੋਂ ਦੀ ਸੁਸਾਇਟੀ ਦਾ, ਉੱਥੋਂ ਦੇ ਵੋਟਿੰਗ ਬਲਾਕ ਦਾ। ਸੋ ਉਹਨੂੰ ਸੈਟਿਸਫਾਈ ਕਰਨਾ, ਉਹਦੇ ਨਾਲ ਗੱਲਬਾਤ ਕਰਨੀ ਔਰ ਉਹਦਾ ਨੂੰ ਸੈਟਿਸਫਾਈ ਕਰਨਾ, ਮੇਰਾ ਖਿਆਲ 'ਚ ਇਹ ਉਹਨਾਂ ਦੀ ਪ੍ਰਾਇਮਰੀ ਰਿਸਪੌਂਸਿਬਿਲਿਟੀ ਹੈ। ਜੀ ਅੱਛਾ, ਇੱਕ ਗੱਲ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ, ਤੁਸੀਂ ਮੈਂਸ਼ਨ ਕੀਤਾ ਕਿ ਜਿਹੜੇ ਭਾਵੇਂ ਕਿਸੇ ਨੇ ਲਾਲ ਕਿਲ੍ਹੇ ਦੇ ਉੱਤੇ ਝੰਡਾ ਲਹਿਰਾਇਆ ਹੋਵੇ ਤੇ ਉਸ ਨੂੰ ਤੁਸੀਂ ਪਿਛਲੇ ਸੈਗਮੈਂਟ ਦੇ ਵਿੱਚ ਮੈਂਸ਼ਨ ਕੀਤਾ ਸੀ ਵੀ ਇਹਨੂੰ ਨੈਗੇਟਿਵ ਨਹੀਂ ਲੈਣਾ ਚਾਹੀਦਾ, ਹੈ ਨਾ। ਔਰ ਕਿ ਤੁਹਾਨੂੰ ਕੀ ਲੱਗਦਾ ਕਿ ਹੁਣ ਇੱਦਾਂ ਲੱਗ ਰਿਹਾ ਵੀ ਦੋ ਧਿਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਇਸ ਮੂਵਮੈਂਟ ਦੇ ਵਿੱਚ, ਕੀ ਉਹਨਾਂ ਦੇ ਵਿੱਚ ਕੀ ਹੋ ਸਕਦਾ ਕਿ ਏਜੰਡੇ ਤੋਂ ਹੀ ਡਿਰੇਲ ਹੋ ਜਾਈਏ ਤੇ ਜਿਹੜਾ ਇਹ ਮੂਵਮੈਂਟ ਦੇ ਵਿੱਚ ਜਿਹੜਾ ਸਰਕਾਰ ਹੈ ਉਹਦੇ ਵਿੱਚ ਫਾਇਦਾ ਉਠਾ ਲੇ? ਮੇਰੇ ਖਿਆਲ ਜਿਹੜਾ ਇਹ ਟੈਸਟ ਆ ਹੁਣ ਦੋਵਾਂ ਧਿਰਾਂ ਦਾ, ਜਿਹੜੀ ਕਿਸਾਨ ਯੂਨੀਅਨ ਨੇ ਜਿਨ੍ਹਾਂ ਨੇ ਕਿ ਹੁਣ ਤੱਕ ਜਿਹੜੀ ਉਹ ਨੌਜਵਾਨ ਇੱਕ ਧਿਰ ਆ ਜਿਹੜੀ ਕਿ ਹਮੇਸ਼ਾ ਹੀ ਉਹਦਾ ਜਿਹੜਾ ਨਜ਼ਰੀਆ ਉਹ ਵੱਖਰਾ ਰਿਹਾ ਆ, ਔਰ ਈਵਨ ਨੌਜਵਾਨ ਧਿਰ ਲਈ ਵੀ ਕਿ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਦੀ ਉਹਨਾਂ ਦੀ ਹੋਂਦ ਆ ਉਹਨੂੰ ਉਸ ਮੋਰਚੇ ਦੇ ਹੱਕ ਵਿੱਚ ਕਿਵੇਂ ਭੁਗਤਾਉਣਾ ਹੈ, ਠੀਕ ਹੈ ਜੀ। ਸੋ ਮੇਰਾ ਖਿਆਲ 'ਚ ਜਿਹੜਾ ਚੈਲੰਜ ਆ ਦੋਵਾਂ ਧਿਰਾਂ ਲਈ ਉਹ ਇਹ ਆ ਕਿ ਉਹ ਦੇ ਕਮ ਅਪ ਵਿਦ ਸਮ ਕਾਮਨ
ਅੰਡਰਸਟੈਂਡਿੰਗ ਕਿ ਜਿਹੜੀ ਮੂਵਮੈਂਟ ਲਈ ਆਉਣ ਵਾਲੇ ਸਮੇਂ ਲਈ ਕੀ ਜ਼ਰੂਰੀ ਆ, ਤਾਂ ਕਿ ਜਿਹੜੀ ਸਰਕਾਰ ਆ ਉਹ ਇਸ ਨੂੰ ਮਿਸਯੂਜ਼ ਨਾ ਕਰੇ। ਇਹ ਰਿਸਪੌਂਸਿਬਿਲਟੀ ਦੋਵਾਂ ਤਰ੍ਹਾਂ ਦੇ ਉੱਤੇ ਹੀ ਆ। ਜਿਹੜੇ ਲੋਕ ਕਿਸਾਨ ਜਿਹੜੀ ਏਕਤਾ ਜਿਹੜੀ ਹੈਗੀ ਆ ਉੱਥੇ ਆਰਗੇਨਾਈਜੇਸ਼ਨ ਜਿਹੜੀ ਕਿ ਰਨ ਕਰ ਰਹੀ ਆ ਮੂਵਮੈਂਟ ਨੂੰ, ਉਹਦੇ ਉੱਤੇ ਜ਼ਿਆਦਾ ਇਸ ਗੱਲ ਦੀ ਰਿਸਪੌਂਸਿਬਿਲਟੀ ਆ ਕਿ ਉਹ ਜਿਹੜੇ ਉਹਨਾਂ ਦੇ ਨਾਲ ਡਿਸਐਗਰੀ ਕਰਦੇ ਨੇ ਇਸ਼ੂਜ਼ ਬੇਸ ਥੋੜ੍ਹਾ ਬਹੁਤਾ ਉਹਨਾਂ ਨੂੰ ਆਪਦੇ ਗਲਾ ਵਿੱਚ ਲੈਣ। ਔਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਇਕੱਲੀ ਜਿਹੜਾ ਜੋਸ਼ ਆ ਉਹਦੇ ਨਾਲ ਜਿਹੜੀ ਮੂਵਮੈਂਟਸ ਨਹੀਂ ਜਿੱਤੀਆਂ ਜਾ ਸਕਦੀਆਂ। ਮੂਵਮੈਂਟਸ ਹਮੇਸ਼ਾ ਹੋਸ਼ ਨਾਲ ਜਿੱਤੀਆਂ ਜਾਣੀਆਂ ਨੇ। ਔਰ ਉਹ ਹੋਸ਼ ਜਿਹੜਾ ਆ ਉਹ ਜਿਹੜੀ ਸਾਡੀ ਉੱਥੇ ਬਜ਼ੁਰਗ ਲੀਡਰਸ਼ਿਪ ਆ ਕਿਸਾਨ ਯੂਨੀਅਨ ਦੀ, ਉਹਨਾਂ ਦੇ ਨਾਲ ਰਲ ਕੇ ਹੀ ਜਿਹੜੀ ਹੈਗੀ ਆ ਇਸ ਮੂਵਮੈਂਟ ਨੂੰ ਦੇ ਵਿੱਚ ਉਹ ਆਪਦੀ ਪਾਰਟੀਸਪੇਸ਼ਨ ਕਰਨ। ਆਉਣ ਵਾਲੇ ਸਮੇਂ 'ਚ ਜਿਹੜੇ ਇਸ ਕਿਸਮ ਦੇ ਇੰਡੀਪੈਂਡੈਂਟ ਉਹ ਫੈਸਲੇ ਲੈਣਗੇ ਤਾਂ ਫਿਰ ਇਹਦੇ ਨਾਲ ਸਰਕਾਰ ਨੂੰ ਇੱਕ ਮੌਕਾ ਮਿਲਦਾ ਆ ਕਿ ਉਹ ਜਿਹੜੀ ਮੂਵਮੈਂਟ ਨੂੰ ਗਲਤ ਰੰਗਤ ਦੇਣ ਦਾ ਔਰ ਗਲਤ ਪਾਸੇ ਲੈ ਕੇ ਜਾਣ ਦਾ, ਡਰੇਲ ਕਰਨ ਦਾ। ਸੋ ਜਿਹੜੇ ਡਿਫਰੈਂਸਿਸ ਨੇ ਉਹਨਾਂ ਨੂੰ ਆਪਦੇ ਮੈਂਡ ਕਰਨੇ ਚਾਹੀਦੇ ਛੇਤੀ ਤੋਂ ਛੇਤੀ। ਇੱਕ ਜੇ ਸਮਾਂ ਓਬਵੀਅਸਲੀ ਥੋੜਾ ਰਹਿ ਜਾਂਦਾ ਹੈ ਔਰ ਮੈਨੂੰ ਪਤਾ ਹੈ ਕਿ ਤੁਹਾਨੂੰ ਠੰਡ ਜਿਹੜੀ ਹੈ ਉਹ ਬਹੁਤ ਲੱਗ ਰਹੀ ਹੈ, ਇਸ ਕਰਕੇ ਤੁਹਾਡਾ ਜਿਹੜਾ ਟਾਈਮ ਹੈ ਅਸੀਂ ਨਹੀਂ ਲਵਾਂਗੇ ਜ਼ਿਆਦਾ। ਪਰ ਇੱਕ ਸਵਾਲ ਜ਼ਰੂਰ ਬਣਦਾ ਹੈ ਇੱਥੇ ਪੁੱਛਣ ਦਾ, ਉਹ ਇਹ ਹੈ ਕਿ ਜਿਹੜੇ ਹੁਣ ਅਗਲੇ ਜਿਹੜੇ 1 ਫਰਵਰੀ ਨੂੰ ਵੀ 1 ਮਾਰਚ ਜਿਹੜੀ ਹੈ ਉਹ ਵੀ ਉਲੀਕੀ ਜਾ ਰਹੀ ਹੈ, ਔਰ ਕਦ ਤੱਕ ਇਹ ਚੱਲਦਾ ਰਹੇਗਾ? ਕਦੋਂ ਤੱਕ ਸਰਕਾਰ ਜਿਹੜੀ ਹੈ ਉਹ ਝੁਕੇਗੀ ਨਹੀਂ? ਝੁਕਣ ਦਾ ਜੇ ਨਹੀਂ ਵੀ ਅਸੀਂ ਵਰਡ ਯੂਜ਼ ਕਰੀਏ, ਆਪਾਂ ਇਹ ਕਹੀਏ ਕਿ ਜਿਹੜੀ ਸਰਕਾਰ ਹੈ ਉਹ ਇਹ ਕਾਨੂੰਨਾਂ ਨੂੰ ਵਾਪਸ ਲੈ ਲੇ। ਇੱਕ ਸਿੰਪਲ ਜੀ ਜਿਹੜੀ ਰਿਕੁਐਸਟ ਹੈ ਉਹ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ। ਸੋ ਇਹ ਅਗਲੀ ਫਰਵਰੀ ਦੀ ਜਿਹੜੀ ਮਾਰਚ ਆ ਉਸ ਤੋਂ ਬਾਅਦ ਜਿਹੜੀਆਂ ਮੀਟਿੰਗਾਂ ਹੋਰ ਹੋ ਰਹੀਆਂ ਨੇ, ਵੇਅਰ ਡੂ ਯੂ ਥਿੰਕ ਕਿੱਥੇ ਜਾ ਕੇ ਨਿਬੜਨਾ ਹੈ ਇਹ ਕੰਮ? ਦੇਖੋ ਜਿਹੜਾ ਕੱਲ੍ਹ ਵਾਲਾ ਮਾਰਚ ਹੈ ਨਾ, ਇਹਨੇ ਇੱਕ ਗੌਰਮੈਂਟ ਨੂੰ ਵਾਰਨਿੰਗ ਦੇ ਰੂਪ ਵਿੱਚ ਇੱਕ ਮੈਸੇਜ ਵੀ ਦਿੱਤਾ ਹੈ ਕਿ ਜੇ ਇਹ ਉਹਨਾਂ ਦੀਆਂ ਜਿਹੜੀ ਇਸ ਮੂਵਮੈਂਟ ਨੂੰ ਉਹਨਾਂ ਨੇ ਸੰਜੀਦਗੀ ਨਾਲ ਨਾ ਨਜਿੱਠਿਆ ਆਉਣ ਵਾਲੇ ਸਮੇਂ 'ਚ, ਤੇ ਇਟ ਕੁਡ ਉਹ ਕਹਿੰਦੇ ਨਾ ਵੀ ਜਿਵੇਂ ਉਹ ਸਨੋਬਾਲ ਇਫੈਕਟ ਹੁੰਦਾ ਆ। ਹਿੰਦੁਸਤਾਨ ਦੇ ਵਿੱਚ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਵੀ ਹੁਣ ਕਾਫੀ ਇਸ ਗੱਲ ਪ੍ਰਤੀ ਜਿਹੜੀ ਮੂਵਮੈਂਟ ਆ ਉਹ ਜ਼ੋਰ ਫੜ ਰਹੀ ਆ। ਔਰ ਇਹ ਹੋ ਸਕਦਾ ਆ ਕਿ ਜਿਹੜੀ ਹੁਣ ਇੱਕ ਕਿਸਾਨੀ ਮੁੱਦੇ ਦੇ ਉੱਤੇ 3 ਇਸ਼ੂਜ਼ ਨੂੰ ਲੈ ਕੇ ਮੂਵਮੈਂਟ ਜਿਹੜੀ ਆ ਉਹ ਚੱਲੀ ਆ, ਇਹਦੇ ਵਿੱਚ ਕਿਉਂਕਿ ਉੱਥੇ ਇਸ਼ੂਜ਼ ਬਹੁਤ ਜ਼ਿਆਦਾ ਨੇ ਹਿੰਦੁਸਤਾਨ ਦੇ ਵਿੱਚ, ਸੋ ਇਟ ਕੁਡ ਹੈਵ ਅ ਸਨੋਬਾਲ ਇਫੈਕਟ। ਔਰ ਜਿਹੜੇ ਜਦੋਂ ਮੁੱਦੇ ਹੋਰ ਜੁੜਨੇ ਸ਼ੁਰੂ ਹੋ ਜਾਣਗੇ ਤਾਂ ਫਿਰ ਸ਼ਾਇਦ ਇਹ ਗੌਰਮੈਂਟ ਦੇ ਵੱਸ 'ਚ ਹੀ ਨਾ ਰਹੇ ਕਿ ਉਹ ਇਹਨੂੰ ਕੰਟਰੋਲ ਕਰ ਸਕੇ। ਸੋ ਆਈ ਥਿੰਕ ਇਟਸ ਸਟਿਲ ਦੇ ਹੈਵ ਟਾਈਮ। ਦੇਖੋ ਹੁਣ ਜਿਹੜਾ ਨੈਕਸਟ ਉਹਨਾਂ ਨੇ ਮੂਵ ਕਿਸਾਨ ਯੂਨੀਅਨ ਨੇ ਆਈ ਥਿੰਕ ਅੰਡਰ ਪ੍ਰੈਸ਼ਰ ਫਰਾਮ ਜਿਹੜੀ ਨੌਜਵਾਨ ਮੂਵਮੈਂਟ ਦਿੱਤਾ ਆ ਕਿ ਅਸੀਂ ਹੁਣ ਸੰਸਦ 'ਤੇ ਜਾਵਾਂਗੇ। ਇਟਸ ਅੰਡਰ ਪ੍ਰੈਸ਼ਰ, ਨੋ ਡਾਊਟ ਅਬਾਊਟ ਇਟ, ਠੀਕ ਹੈ ਨਾ। ਸੋ ਮੇਰਾ ਖਿਆਲ 'ਚ ਉਹਦੇ ਨਾਲ ਜਿਹੜੀ ਕਨਫਰੰਟੇਸ਼ਨ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਨਾਲ ਜਾਂ ਸਰਕਾਰ ਦੀਆਂ ਏਜੰਸੀਆਂ ਨਾਲ ਉਹ ਵਧਣ ਦੇ ਚਾਂਸ ਨੇ। ਔਰ ਉਹਦੇ ਵਿੱਚੋਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਤੀਜੇ ਨੇ ਉਹ ਕੋਈ ਬਹੁਤ ਗੰਭੀਰ ਵੀ ਨਿਕਲ ਸਕਦੇ ਆ, ਕਿਉਂਕਿ ਜਿਹੜੀ ਨੌਜਵਾਨੀ ਆ ਉਹਦੇ 'ਚ ਇੰਨੀ ਪੇਸ਼ੈਂਸ ਨਹੀਂ ਕਿ ਉਹ ਮਹੀਨਿਆਂ ਬੱਧੀ ਬਾਰਡਰ 'ਤੇ ਬੈਠ ਕੇ ਤੇ ਚਾਹ ਪਾਣੀ ਪੀਂਦੇ ਰਹਿਣ ਤੇ ਸਫ਼ਰ ਕਰਦੇ ਰਹਿਣ। ਸੋ ਦੇ ਵਾਂਟ ਟੂ ਡੂ ਸਮਥਿੰਗ। ਹਾਂਜੀ। ਆਫਟਰ ਆਲ ਕੋਈ ਸੋਲਿਊਸ਼ਨ ਤਾਂ ਨਿਕਲਣਾ ਹੁਣ ਇਸ ਵੇਲੇ ਬਣਦਾ ਹੈ। ਜਿਸ ਤਰ੍ਹਾਂ ਠੰਡ ਦੇ ਜਿਹੜਾ ਕਹਿਰ ਹੈ ਉਹ ਵੱਧਦਾ ਜਾ ਰਿਹਾ ਹੈ ਔਰ ਲੋਕਾਂ ਦੇ, ਕਿਸਾਨਾਂ ਦੇ ਜਿਹੜੀ ਨੌਜਵਾਨੀ ਆ ਉਹਨਾਂ ਦੇ ਅੰਦਰ ਜਿਹੜਾ ਖੂਨ ਹੈ ਉਹ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਸੋ ਇਸ ਕਰਕੇ ਇਸ ਵੇਲੇ ਮੌਕਾ ਹੈ ਕਿ ਸਰਕਾਰ ਨੂੰ ਹੁਣ ਸਹੀ ਜਿਹੜੇ ਡਿਸੀਜਨ ਹੈ ਉਹ ਲੈਣ ਦਾ ਟਾਈਮ ਆ ਚੁੱਕਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਜਿਹੜਾ ਐਪੀਸੋਡ ਹੈ ਉਹ ਜ਼ਰੂਰ ਪਸੰਦ ਆਇਆ ਹੋਵੇਗਾ। ਸਾਨੂੰ ਜ਼ਰੂਰ ਆਪਣਾ ਫੀਡਬੈਕ ਦਿਓ, ਕਿਸ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਇੰਪਰੂਵ ਕਰ ਸਕਦੇ ਹਾਂ, ਕੀ ਸੁਣਨਾ ਚਾਹੁੰਦੇ ਹੋ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਯਾਦਵਿੰਦਰ ਸਿੰਘ ਹੋਣੀ ਦਾ ਓਪੀਨੀਅਨ ਕਿਸ ਤਰ੍ਹਾਂ, ਤੁਸੀਂ ਕਿਹੜੀਆਂ ਗੱਲਾਂ ਦੇ ਉੱਤੇ ਸੁਣਨਾ ਚਾਹੋਗੇ। ਫਿਲਹਾਲ ਸਮਾਂ ਹੋ ਚੱਲਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਇਸ ਅੰਦੋਲਨ ਦਾ ਜਿਹੜਾ ਸੋਲਿਊਸ਼ਨ ਹੈ ਉਹ ਜ਼ਰੂਰ ਨਿਕਲੇ ਔਰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਕਿਸਾਨੀ ਅੰਦੋਲਨ ਹੈ ਉਹ ਪੀਸਫੁਲੀ ਨਿਬੜੇ। ਤੁਹਾਡੇ ਤੋਂ ਇਜਾਜ਼ਤ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ।